सतनाम श्री वाहिगुरु जी। दोए कर जोड़ मांगो एक दाना, साहिब तुठै पावा। सास सास नानक आराधे, आठ पहर गुण गावा। तू बेअंत को विरला जान, गुर प्रसाद को शब्द पछाण। सेवक की अरदास प्यारे, जप जीवा प्रभ चरण तुम्हारे। सतनाम श्री वाहिगुरु जी। श्लोक उस्तत करह अनेक जन, अंत न पारावार। नानक रचना प्रभ रची, बहुविधनक प्रकार। उस्तत करह अनेक जन। वाहिगुरु जी का खालसा, वाहिगुरु जी की फतेह। गरीब नवाज सतगुरु दसां पातशाहियां दे आत्मिक जोत ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਜੋ ਸਤਿਗੁਰਾਂ ਦੀ ਕਿਰਪਾਲਤਾ ਦੁਆਰਾ ਤੇ ਆਪ ਗੁਰੂ ਕੀ ਸੰਗਤ ਦੀ ਅਸੀਸ ਦੁਆਰਾ ਹਜ਼ੂਰ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਅਕਾਲੀ ਬਾਣੀ ਧੁਰਕੀ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੋਈ ਹੈ। ਗੁਰੂ ਕਿਰਪਾ ਸਦਕਾ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 275 ਤੱਕ ਪਹੁੰਚੀ ਹੈ। ਸ਼੍ਰੀ ਸੁਖਮਨੀ ਸਾਹਿਬ ਬਾਣੀ ਦੀਆਂ 9 ਅਸ਼ਟਪਦੀਆਂ ਹੁਣ ਤੱਕ ਸੰਪੂਰਨ ਹੋਈਆਂ ਹਨ। ਉਸ ਤੋਂ ਅੱਗੇ ਜੋ ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਗੁਰੂ ਕਿਰਪਾ ਸਦਕਾ ਵਿਚਾਰੀਏ ਅਤੇ ਸੁਣੀਏ ਤਾਂ ਕਿ ਸਾਡਾ ਭਲਾ ਹੋਵੇ। ਹਜ਼ੂਰ ਫਰਮਾਉਂਦੇ ਨੇ, ਸ਼ਲੋਕ ਉਸਤਤ ਕਰਹਿ ਅਨੇਕ ਜਨ, ਅੰਤ ਨਾ ਪਾਰਾਵਾਰ। ਵਾਹਿਗੁਰੂ ਪ੍ਰਮਾਤਮਾ ਅਕਾਲ ਪੁਰਖ ਦੀ ਅਨੇਕਾਂ ਜਨ ਭਗਤ ਸੇਵਕ ਉਸਤਤ ਵਡਿਆਈ ਕੀਰਤੀ ਕਰਦੇ ਹਨ, ਪਰ ਉਹਨਾਂ ਦੇ ਇਸ ਵਡਿਆਈ ਕਰਨ ਦੇ ਬਾਵਜੂਦ ਅੰਤ ਨਾ ਪਾਰਾਵਾਰ। ਨਾ ਤਾਂ ਵਾਹਿਗੁਰੂ ਜੀ ਦੇ ਗੁਣਾਂ ਦਾ ਕੋਈ ਅੰਤ ਆਉਂਦਾ, ਨਾ ਪ੍ਰਮਾਤਮਾ ਦੀਆਂ ਸ਼ਕਤੀਆਂ ਦਾ, ਨਾ ਉਹਦੇ ਸਰੂਪ ਦਾ ਕੋਈ ਪਾਰ ਉਰਾਰ ਹੈ। ਕੋਈ ਅੰਤ ਨਹੀਂ ਪਾ ਸਕਦਾ, ਕੋਈ ਓੜਕ ਨਹੀਂ ਪਾ ਸਕਦਾ, ਕੋਈ ਪਾਰ ਉਰਾਰ ਨਹੀਂ ਜਾਣ ਸਕਦਾ। ਨਾਨਕ ਰਚਨਾ ਪ੍ਰਭ ਰਚੀ, ਬਹੁਵਿਧ ਅਨਕ ਪ੍ਰਕਾਰ। ਉਸ ਵਾਹਿਗੁਰੂ ਪ੍ਰਮਾਤਮਾ ਨੇ ਅਨੇਕਾਂ ਤਰੀਕਿਆਂ ਦੇ ਨਾਲ, ਅਨੇਕਾਂ ਕਿਸਮਾਂ ਦੀ, ਅਨੇਕਾਂ ਪ੍ਰਕਾਰ ਦੀ ਇਹ ਰਚਨਾ ਰਚੀ ਹੋਈ ਹੈ। ਅਸ਼ਟਪਦੀ 8 ਪਦਿਆਂ ਵਾਲੀ ਇਸ ਅਸ਼ਟਪਦੀ ਦੇ ਅੰਦਰ ਸਤਿਗੁਰੂ ਮਹਾਰਾਜ ਇਸ ਸ਼ਲੋਕ ਵਾਲੇ ਭਜਨਾਂ ਦੀ ਅੱਗੇ ਵਿਆਖਿਆ ਕਰਦੇ ਨੇ ਕਿ ਵਾਹਿਗੁਰੂ ਜੀ ਨੇ ਅਨੇਕ ਤਰ੍ਹਾਂ ਦੀ ਭਾਂਤਾਂ ਦੀ ਜੋ ਸ੍ਰਿਸ਼ਟੀ ਰਚੀ ਹੈ। ਕਈ ਕੋਟ ਹੋਏ ਪੂਜਾਰੀ, ਕਈ ਕਰੋੜਾਂ ਪ੍ਰਮਾਤਮਾ ਨੂੰ ਪੂਜਣ ਵਾਲੇ ਅਨੇਕਾਂ ਢੰਗਾਂ ਨਾਲ, ਅਨੇਕਾਂ ਰੂਪਾਂ ਜਾਣ ਕੇ ਪ੍ਰਮਾਤਮਾ ਦੀ ਪੂਜਾ ਵੀ ਕਰਦੇ ਨੇ। ਜਿਵੇਂ ਸਨਾਤਨ ਮਤ ਦੇ ਜਿਹੜੇ 4 ਵੇਦ ਹਨ, ਉਹਨਾਂ ਵਿੱਚ 16 ਪ੍ਰਕਾਰ ਦੀ ਪੂਜਾ ਦਾ ਕਥਨ ਕੀਤਾ ਗਿਆ ਹੈ। ਸੋ ਇਸ ਪ੍ਰਕਾਰ ਕਈ ਕੋਟ ਹੋਏ ਪੂਜਾਰੀ, ਕੋਟ ਪੂਜਾਰੀ ਕਰਤੇ ਪੂਜਾ, ਕੋਟ ਬਿਸਥੀਰਨ ਅਵਰ ਨਾ ਦੂਜਾ ਆਦਿਕ ਵਚਨ ਵੀ ਹਨ। ਸੋ ਇਉਂ ਕਈ ਕਰੋੜਾਂ ਪੁਜਾਰੀ ਹੋਏ ਹਨ। ਕਈ ਕੋਟ ਆਚਾਰ ਵਿਵਹਾਰੀ, ਆਚਾਰ ਨਾਮ ਕਰਤੱਬਾਂ ਦਾ, ਜੰਝ ਕਹਿ ਲਓ ਧਰਮ ਦੀ ਰੀਤ ਜਿਹੜੀ ਹੈ, ਧਰਮ ਦੇ ਰਸਮੋ ਰਿਵਾਜ ਕਰਨ ਵਾਲੇ ਅਤੇ ਵਿਵਹਾਰੀ ਵਿਹਾਰ ਕਰਨ ਵਾਲੇ, ਜਾਂ ਧਰਮ ਦੀਆਂ ਰਹੁ ਰੀਤਾਂ ਰਸਮਾਂ ਰਿਵਾਜਾਂ ਨੂੰ ਕਰਨ ਵਾਲੇ ਕਈ ਕਰੋੜਾਂ ਹਨ। ਕਈ ਕੋਟ ਭਏ ਤੀਰਥਵਾਸੀ, ਕਈ ਕਰੋੜਾਂ ਐਸੇ ਹੋਏ ਜਿਨ੍ਹਾਂ ਦੇ ਮਨ ਅੰਦਰ ਇਹ ਭਾਵਨਾ ਕਿ ਤੀਰਥਾਂ ਦੇ ਕੰਢਿਆਂ 'ਤੇ ਨਿਵਾਸ ਕਰੀਏ, ਔਰ ਉਹ ਤੀਰਥਾਂ 'ਤੇ ਨਿਵਾਸ ਕਰਨ ਵਾਲੇ ਵੀ ਕਰੋੜਾਂ ਹੀ ਪਰਮੇਸ਼ਰ ਨੇ ਪੈਦਾ ਕੀਤੇ। ਕਈ ਕੋਟ ਬਨ ਭ੍ਰਮ ਹੈ ਉਦਾਸੀ, ਕਈ ਕਰੋੜਾਂ ਐਸੇ ਨੇ ਕਿ ਸੰਸਾਰ ਵੱਲੋਂ ਉਪਰਾਮ ਹੋ ਕੇ, ਉਦਾਸ ਹੋ ਕੇ ਅਤੇ ਬਣਾ ਵਿੱਚ ਭਰਮ ਦੇ ਭਟਕਦੇ ਫਿਰਦੇ ਨੇ ਕਿ ਸ਼ਾਇਦ ਇੱਥੇ ਸਾਨੂੰ ਸ਼ਾਂਤੀ ਪ੍ਰਾਪਤ ਹੋਵੇਗੀ। ਪਰ ਸਤਿਗੁਰੂ ਮਹਾਰਾਜ ਦਾ ਸਿਧਾਂਤ ਹੈ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਏ। ਉਹ ਮਹਾਨ ਸ਼ਾਂਤੀ ਦਾ ਸਾਗਰ, ਉਹ ਮਹਾਨ ਸੁੱਖਾਂ ਦਾ ਸਾਗਰ, ਮਹਾਨ ਆਨੰਦ ਦਾ ਸੋਮਾ ਵਾਹਿਗੁਰੂ ਤੇ ਤੇਰੇ ਸੰਗ ਸਾਥ ਹੀ ਸਮਾਇਆ ਹੋਇਆ, ਜਿਸ ਦੇ ਪਾਸੋਂ ਸ਼ਾਂਤੀ, ਟਿਕਾ, ਅਡੋਲਤਾ ਪ੍ਰਾਪਤ ਹੋਣੀ ਹੈ। ਇਸ ਕਰਕੇ ਮਨ ਹੀ ਮਾਹੇ ਉਦਾਸਾ,
ਮਨ ਹੀ ਮਨ ਅੰਦਰ ਉਦਾਸ ਉਪਰਾਮਤਾ ਧਾਰਨ ਕਰਨੀ ਹੈ, ਛੱਡ ਕੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਕਈ ਕੋਟ ਵੇਦ ਕੇ ਸਰੋਤੇ, ਕਈ ਕਰੋੜਾਂ ਲੋਕ ਜਿਹੜੇ ਵੇਦ ਹਨ ਜਾਂ ਵੇਦ ਅਰਥ ਦੈਵੀ ਗਿਆਨ ਦਾ ਹੈ, ਉਹ ਦੈਵੀ ਗਿਆਨ ਵਾਲੇ ਗ੍ਰੰਥਾਂ ਦੀ ਵਿਚਾਰਧਾਰਾ ਨੂੰ ਸੁਣਨ ਵਾਲੇ ਸਰੋਤੇ ਹੋਏ ਨੇ। ਕਈ ਕੋਟ ਤਪੀਸਰ ਹੋਤੇ, ਕਈ ਕਰੋੜਾਂ ਤਪ ਕਰਨ ਵਾਲੇ ਤਪੀਸਰ ਹੋ ਜਾਂਦੇ ਹਨ। ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਅੰਤਰਾਤਮੇ ਭਾਵ ਮਨ ਦੁਆਰਾ ਸੁਰਤ ਦੁਆਰਾ ਵਾਹਿਗੁਰੂ ਵੱਲ ਦਾ ਧਿਆਨ ਧਾਰਨ ਕਰਦੇ ਨੇ ਵੀ ਸ਼ਾਇਦ ਸੁਰਤ ਜੋੜਨ ਨਾਲ ਪਰਮਾਤਮਾ ਨੂੰ ਅਸੀਂ ਪਾ ਲਈਏ। ਸੋ ਇਸ ਪ੍ਰਕਾਰ ਜਿਵੇਂ ਗਿਆਨੀ ਹਨ, ਇਸੇ ਤਰ੍ਹਾਂ ਧਿਆਨੀ ਲੋਕ, ਧਿਆਨ ਸੁਰਤ ਨੂੰ ਜੋੜਨ ਵਾਲੇ ਵੀ ਐਸੇ ਹੋਏ ਨੇ। ਕਈ ਕੋਟ ਕਬ ਕਾਵ ਵਿਚਾਰਾ ਹੈ, ਕਈ ਕਰੋੜਾਂ ਕਵੀਆਂ ਦੀਆਂ ਲਿਖੀਆਂ ਹੋਈਆਂ ਕਾਵ ਰਚਨਾਵਾਂ ਨੂੰ ਵਿਚਾਰਦੇ ਹਨ ਜਾਂ ਕਵੀ ਬਣ ਕੇ ਕਾਵ ਨੂੰ ਵਿਚਾਰਦੇ ਹਨ, ਕਾਵ ਉਚਾਰਦੇ ਹਨ ਅਤੇ ਫਿਰ ਉਹਨਾਂ ਨੂੰ ਉਸ ਕਾਵ ਨੂੰ ਕਵਿਤਾ 'ਚ ਲਿਖੀਆਂ ਹੋਈਆਂ ਗੱਲਾਂ ਨੂੰ ਵਿਚਾਰਦੇ ਨੇ। ਕਰੋੜਾਂ ਹੀ ਕਵੀ ਨੇ, ਕਰੋੜਾਂ ਹੀ ਉਹਨਾਂ ਦੀ ਕਾਵ ਨੂੰ ਕਵਿਤਾ ਨੂੰ ਵਿਚਾਰਨ ਵਾਲੇ ਨੇ। ਕਈ ਕੋਟ ਨਵਤਨ ਨਾਮ ਧਿਆਵੈ, ਕਈ ਕਰੋੜਾਂ ਐਸੇ ਹਨ ਜੋ ਪਰਮਾਤਮਾ ਦੇ ਨਿਤ ਨਵੇਂ ਨਾਮਾਂ ਨੂੰ ਧਿਆਉਂਦੇ ਸਿਮਰਦੇ ਹਨ। ਪਰਮਾਤਮਾ ਦਾ ਨਾਮ ਜਿਵੇਂ ਸਾਹਿਬ ਮੇਰਾ ਨੀਤ ਨਵਾਂ, ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਵੀ ਸਦਾ ਨਵਾਂ ਹੀ ਹੈ, ਇਹ ਵੀ ਅਰਥ ਹੈ। ਅਤੇ ਕਈ ਕਰੋੜਾਂ ਨਵਤਨ ਨਵੇਂ ਨਵੇਂ ਨਾਮ ਜਿਵੇਂ ਸ਼ੇਸ਼ਨਾਗ, ਦ્વੈ ਸਹੰਸ ਰਸਨਾ ਸੁਹਾਈ। ਸੋ ਇਸ ਪ੍ਰਕਾਰ ਸ਼ੇਸ਼ਨਾਗ ਫਨ ਸਹਿਸ ਬਨਾਈ, ਦ્વੈ ਸੁਹੰਸ ਰਸਨਾ ਸੁਹਾਈ। ਰਟਤ ਅਬ ਲਗੇ ਨਾਮ ਪਾਰਾ, ਤੁਮਰਾ ਤਉ ਨਾ ਪਾਵਤ ਪਾਰਾ। ਜਿਵੇਂ ਸ਼ੇਸ਼ਨਾਗ 2000 ਜਵਾਨਾਂ ਨਾਲ ਨਿਤ ਨਵੇਂ ਪਰਮੇਸ਼ਰ ਦੇ ਨਾਮ ਰੋਜ਼ ਉਚਾਰਦਾ, ਇਸ ਤਰ੍ਹਾਂ ਨਵੇਂ ਨਾਮਾਂ ਨੂੰ ਧਿਆਉਂਦੇ ਹਨ, ਉਚਾਰਦੇ ਹਨ। ਨਾਨਕ ਕਰਤੇ ਕਾ ਅੰਤ ਨਾ ਪਾਵੈ। ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਫਿਰ ਵੀ ਇਹ ਸਾਰੇ ਲੋਕ ਜਿੰਨੇ ਉੱਪਰ ਗਿਣੇ ਹਨ, ਕਰਤੇ ਅਕਾਲ ਪੁਰਖ ਪਰਮਾਤਮਾ ਦਾ ਅੰਤ ਨਹੀਂ ਪਾਉਂਦੇ ਹਨ, ਅੰਤ ਪਾਇਆ ਨਹੀਂ ਜਾ ਸਕਦਾ, ਕਿਉਂਕਿ ਬੇਅੰਤ ਬੇਅੰਤ ਹੈ ਵਾਹਿਗੁਰੂ। ਕਈ ਕੋਟ ਭਏ ਅਭਿਮਾਨੀ, ਕਈ ਕਰੋੜਾਂ ਜੀਵ ਹਿਰਦੇ ਦਾ ਮਾਣ ਧਾਰਨ ਕਰਕੇ ਬੈਠੇ ਨੇ, ਆਪਣੇ ਹਿਰਦੇ ਅੰਦਰ ਮਾਣ ਧਾਰਨ ਕਰਕੇ ਮਾਨੀ, ਹੰਕਾਰੀ, ਅਭਿਮਾਨੀ ਬਣੇ ਹੋਏ ਨੇ। ਕਈ ਕੋਟ ਅੰਧ ਗਿਆਨੀ, ਕਈ ਕਰੋੜਾਂ ਐਸੇ ਜਿਹੜੇ ਬਿਲਕੁਲ ਗਿਆਨ ਵੱਲੋਂ, ਸ਼ਾਸਤਰ ਗਿਆਨ ਵੱਲੋਂ ਅੰਨੇ ਮੂਰਖ ਅਗਿਆਨੀ ਬੇਸਮਝ ਹਨ। ਕਈ ਕੋਟ ਕਿਰਪਨ ਕਠੋਰ, ਕਈ ਕਰੋੜਾਂ ਕਿਰਪਨ ਕੰਜੂਸ ਹਨ ਅਤੇ ਪੱਥਰ ਦਿਲ ਇਨਸਾਨ ਹਨ, ਕਠੋਰ ਹਨ। ਕਿਸੇ ਗਰੀਬ ਨੂੰ, ਬਿਮਾਰ ਨੂੰ, ਬਜ਼ੁਰਗ ਨੂੰ, ਜਿਸ ਦੀ ਹਾਲਤ ਤਰਸਯੋਗ ਹੈ, ਵੇਖ ਕੇ ਪਸੀਜਦੇ ਹੀ ਨਹੀਂ, ਦਇਆ ਨਹੀਂ ਆਉਂਦੀ, ਕਠੋਰ ਹਿਰਦਿਆਂ ਵਾਲੇ ਨੇ। ਕਈ ਕੋਟ ਅਭਿਗ ਆਤਮ ਨਿਕੋਰ, ਕਈ ਕਰੋੜਾਂ ਜਿਵੇਂ ਪੱਥਰ ਨਹੀਂ ਭਿੱਜਦਾ, ਇਸ ਤਰ੍ਹਾਂ ਅਭਿਗ ਅਭਿਜ ਨੇ, ਕਦੇ ਵੀ ਉਹਨਾਂ ਦੇ ਮਨ ਦੇ ਉੱਪਰ ਉਪਦੇਸ਼ ਦਾ ਅਸਰ ਨਹੀਂ ਹੁੰਦਾ, ਅਭਿਜਨ। ਸੋ ਇਸ ਪ੍ਰਕਾਰ ਮਨਮੁਖ ਪਾਥਰ ਸੈਲ ਹੈ, ਅਬ ਅੰਤਰ ਸੂਕਾ। ਹਿਰਦੇ ਦੇ ਅੰਦਰੋਂ ਇੰਝ ਸੁੱਕਾ ਜਿਵੇਂ ਪੱਥਰ 1000 ਸਾਲ ਪਾਣੀ 'ਚ ਰੱਖ ਛੱਡੀਏ ਅਤੇ ਉਸ ਨੂੰ ਬਾਹਰ ਕੱਢ ਕੇ ਭੰਨੀਏ ਅਤੇ ਵਿੱਚੋਂ ਖੁਸ਼ਕ ਦਾ ਖੁਸ਼ਕ, ਸੁੱਕੇ ਦਾ ਸੁੱਕਾ ਨਿਕਲਦਾ। ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਪੱਥਰ ਵਰਗੇ ਅਭਿਜ ਨੇ। ਆਤਮ ਨਿਕੋਰ, ਮਾਨਸਿਕ ਤੌਰ 'ਤੇ ਨਿਕੋਰ, ਵਿਸ਼ੇਸ਼ ਤੌਰ 'ਤੇ ਬਿਲਕੁਲ ਹੀ ਕੋਰੇ ਨੇ, ਕੋਰੇ। ਕਈ ਕੋਟ ਪਰ ਦਰਬ ਕੋ ਹਿਰਹ, ਕਈ ਕਰੋੜਾਂ ਐਸੇ ਹਨ ਜਿਨ੍ਹਾਂ ਦਾ ਧਿਆਨ ਹੀ ਲੋਕਾਂ ਦਾ ਧਨ ਚੁਰਾਉਣ ਵਾਲਾ ਹੈ। ਹਿਰਨਾ ਮੈਨੇ ਚੁਰਾਉਣਾ, ਪਰ ਦਰਬ ਪਰਾਇਆ ਧਨ ਜਿਹੜਾ ਹੈ ਉਹ ਹਿਰਾ ਹੈ, ਚੋਰੀ ਕਰਦੇ ਨੇ, ਲੁੱਟਦੇ ਨੇ, ਹਿਰਾਫੇਰੀਆਂ ਕਰਦੇ ਨੇ। ਕਈ ਕੋਟ ਪਰ ਦੁੱਖ ਨਾ ਕਰਹਿ, ਕਈ ਕਰੋੜਾਂ ਐਸੇ ਨੇ ਜੋ ਪਰ ਹੋਰਨਾਂ ਉਪਰਿਆਂ ਦੇ ਉੱਪਰ ਦੂਸ਼ਣਾ ਕਰਦੇ, ਭਾਵ ਦੂਸ਼ਣ ਲਾਉਂਦੇ ਨੇ। ਦੂਖਣਾ ਕਰਨੀ, ਦੂਸ਼ਣ ਲਾਉਣੇ, ਛਿੱਦਰ ਰੋਪਣੇ, ਛੇਕ ਉਹਨਾਂ ਦੇ ਪ੍ਰਗਟ ਕਰਨੇ, ਦੁਨੀਆ 'ਚ ਨਿੰਦਿਆ ਕਰਨੀ ਮਤਲਬ। ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕਰੋੜਾਂ ਮਾਇਆ ਦੇ ਪਿੱਛੇ ਭੱਜੇ ਹੋਏ, ਮਾਇਆ ਦੀ ਪ੍ਰਾਪਤੀ ਵਾਸਤੇ ਸ਼ਰਮ ਮਿਹਨਤ ਕਰਨ ਵਿੱਚ ਲੱਗੇ ਹੋਏ ਨੇ। ਕਈ ਕੋਟ ਪ੍ਰਦੇਸ਼ ਪਰਮਾਹੇ, ਕਈ ਕਰੋੜਾਂ ਐਸੇ ਨੇ ਜੋ ਧਨ ਪਦਾਰਥਾਂ ਵਾਸਤੇ ਪ੍ਰਦੇਸ਼ਾਂ ਜਾ ਕੇ ਭਰਮਦੇ ਭਟਕਦੇ ਫਿਰਦੇ ਨੇ। ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ, ਵਾਹਿਗੁਰੂ ਦੇ ਸਨਮੁਖ ਬੇਨਤੀ ਪੂਰਵਕ ਬਚਨ ਕਰਦੇ ਨੇ ਕਿ ਵਾਹਿਗੁਰੂ ਜੀ, ਜਿੱਧਰ ਜਿੱਧਰ ਤੁਸੀਂ ਲਾਉਂਦੇ ਹੋ ਉੱਧਰ ਉੱਧਰ ਹੀ ਇਹਨਾਂ ਜੀਆਂ ਨੇ ਲੱਗਣਾ ਹੋਇਆ।
ਉਸ ਪਾਸੇ ਇਹ ਲੱਗਦੇ ਨੇ ਜਿੱਧਰ ਜਿੱਧਰ ਤੁਸੀਂ ਪ੍ਰੇਰ ਕੇ ਲਾਉਂਦੇ। ਜਿਤ ਮਾਰਗ ਤੁਮ ਪ੍ਰੇਰੋ ਸੁਆਮੀ ਤਿਤ ਮਾਰਗ ਹਮ ਜਾਤੇ। ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਹਜ਼ੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਕਿ ਕਰਤੇ ਅਕਾਲ ਪੁਰਖ ਦੀ ਰਚਨਾ ਨੂੰ ਪੂਰਨ ਤੌਰ 'ਤੇ ਕਰਤਾ ਪ੍ਰਮਾਤਮਾ ਹੀ ਜਾਣਦਾ ਹੈ। ਕਿੰਨੀ ਕੁ ਰਚਨਾ ਰਚੀ ਹੈ, ਉਸ ਰਚਨਾ ਵਿੱਚ ਜਿਹੜੇ ਜੀਵ ਰਚੇ ਹੋਏ ਨੇ, ਕੀ ਉਹਨਾਂ ਦੀ ਇੱਛਾ ਹੈ, ਫੁਰਨੇ ਕੀ ਨੇ, ਕੀ ਚਾਹੁੰਦੇ ਨੇ, ਕੀ ਕਿਸੇ ਨੂੰ ਦੇਣਾ, ਕਿਸ ਚੀਜ਼ ਦਾ ਕੌਣ ਅਧਿਕਾਰੀ ਹੈ, ਇਹ ਸਭ ਕੁਝ ਕਰਤਾ ਜਾਣਦਾ ਹੈ। ਕਈ ਕੋਟ ਸਿੱਧ ਜਤੀ ਜੋਗੀ। ਕਈ ਕਰੋੜਾਂ ਆਪਣੇ ਆਪ ਨੂੰ ਸਿੱਧ ਸਮਝਣ ਵਾਲੇ, ਜਿਵੇਂ ਯੋਗੀਆਂ ਵਿੱਚੋਂ ਜਿਹੜੇ ਪੁੱਗੇ ਹੋਏ ਯੋਗੀ ਹੈ, ਜਿਹੜੇ ਸਿੱਧ ਕਾਮਯਾਬ ਹੋ ਗਏ ਯੋਗਾ ਅਭਿਆਸ ਕਰਕੇ, ਉਹ ਉਹਨਾਂ ਦੀ ਗਿਣਤੀ 84 ਦੱਸਦੇ ਨੇ, ਪਰ ਇਹ ਉਹਨਾਂ ਦੀ ਗਿਣਤੀ ਹੈ। ਅਸਲ ਵਿੱਚ ਸਿੱਧ ਸ਼ਬਦ ਦਾ ਅਰਥ ਹੈ ਕਾਮਯਾਬ ਹੋਇਆ ਹੋਇਆ, ਸਫਲਤਾ ਪ੍ਰਾਪਤ ਕਰ ਚੁੱਕਾ ਕਿਸੇ ਵੀ ਕੰਮ ਵਿੱਚ। ਜਿਵੇਂ ਕਹਿੰਦੇ ਨੇ ਫਲਾਣਾ ਕਾਰਜ ਸਿੱਧ ਹੋ ਗਿਆ, ਮਤਲਬ ਕਾਰਜ ਪੂਰਾ ਹੋ ਗਿਆ। ਇਸੇ ਤਰ੍ਹਾਂ ਬੰਦਗੀ ਕਰਕੇ ਸਾਰੀਆਂ ਮੰਜ਼ਿਲਾਂ ਨੂੰ ਤੈਅ ਕਰਕੇ, ਅਸਲੀ ਸਾਰੇ ਜਿਹੜੇ ਪੈਂਡੇ ਰਸਤੇ ਤੈਅ ਕਰਕੇ ਮੰਜ਼ਿਲ 'ਤੇ ਪਹੁੰਚ ਜਾਣਾ, ਟਿਕਾਣੇ ਪਹੁੰਚ ਜਾਣਾ, ਉਸ ਨੂੰ ਕਹਿੰਦੇ ਸਿੱਧ ਪੁਰਖ ਹੈ। ਵੀ ਬੰਦਗੀ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਹੋ ਗਿਆ, ਅਸਲ ਸਿੱਧ ਤਾਂ ਹੁੰਦਾ। ਪਰ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਸਿੱਧ ਕਹਾਉਣ ਵਾਲੇ ਵੀ ਕਈ ਕਰੋੜਾਂ ਨੇ, ਅਤੇ ਆਪਣੇ ਇੰਦਰੀਆਂ ਦਾ ਸੰਜਮ ਕਰਕੇ ਕਾਮ ਨੂੰ ਜਿੱਤਣ ਵਾਲੇ ਜਤੀ ਕਹਾਉਣ ਵਾਲੇ ਵੀ ਕਰੋੜਾਂ ਹੀ। ਅਤੇ ਜੋਗੀ, ਯੋਗ ਨਾਮ ਅਸਲ ਵਿੱਚ ਜੁੜਨ ਦਾ, ਅਤੇ ਉਂਝ ਕਰੋੜਾਂ ਜੋਗੀ ਮਤਲਬ ਜਿਹੜੇ ਗੋਰਖਨਾਥ ਆਦਿਕਾਂ ਦੇ ਚੇਲੇ ਨੇ। ਵੈਸੇ ਜੋਗੀਆਂ ਦੇ 12 ਪੰਥ ਹਨ। ਆਈ ਪੰਥ ਗੋਰਖਨਾਥ ਵਾਲਾ, ਬਾਕੀ ਗਮੈ ਪੰਥ, ਹੇਤੂ ਪੰਥ, ਪਾਗਲ ਪੰਥ, ਰਾਵਲ ਪੰਥ ਆਦਿਕ, ਇਹ ਸਾਰੇ ਜੋਗੀ ਨੇ। 12 ਪੰਥ ਹਨ ਜੋਗੀਆਂ ਦੇ। ਇਸ ਤਰ੍ਹਾਂ ਕਰੋੜਾਂ ਯੋਗੀ ਹਨ। ਕਈ ਕੋਟ ਰਾਜੇ ਰਸ ਭੋਗੀ। ਕਈ ਕਰੋੜਾਂ ਐਸੇ ਰਾਜੇ ਪੈਦਾ ਹੋਏ ਨੇ ਜੋ ਵਿਕਾਰਾਂ ਦਾ ਅਤੇ ਭੋਗਾਂ ਪਦਾਰਥਾਂ ਦੇ ਰਸ ਨੂੰ ਭੋਗਣ ਵਾਲੇ, ਰਸਾਂ ਦੇ ਭੋਗੀ, ਭਾਵ ਰਸਾਂ ਨੂੰ ਭੋਗਣ ਵਾਲੇ ਰਾਜੇ ਹੋਏ ਨੇ, ਮੌਜਾਂ ਮਾਣਨ ਵਾਲੇ, ਸੰਸਾਰਕ ਰਸਾਂ ਦੀਆਂ ਮੌਜਾਂ ਮਾਣਨ ਵਾਲੇ ਕਹਿ ਲਓ। ਕਈ ਕੋਟ ਪੰਖੀ ਸਰਪ ਉਪਾਏ। ਕਈ ਕਰੋੜਾਂ ਪਰਮਾਤਮਾ ਨੇ ਪੰਛੀ ਪੈਦਾ ਕਰ ਦਿੱਤੇ ਨੇ, ਖੰਭਾਂ ਵਾਲੇ, ਖੰਭਾਂ ਨਾਲ ਉੱਡ ਜਾਣ ਵਾਲੇ ਆਕਾਸ਼ਚਾਰੀ, ਅਤੇ ਕਈ ਕਰੋੜਾਂ ਸੱਪ ਪੈਦਾ ਕਰ ਦਿੱਤੇ ਨੇ। ਕਈ ਕੋਟ ਪਾਥਰ ਬਿਰਖ ਨਿਪਜਾਏ। ਕਈ ਕਰੋੜਾਂ ਦੀ ਗਿਣਤੀ 'ਚ ਵਾਹਿਗੁਰੂ ਨੇ ਖੁਸ਼ਕ ਪੱਥਰ ਪੈਦਾ ਕਰ ਦਿੱਤੇ ਨੇ, ਅਤੇ ਕਈ ਕਰੋੜਾਂ ਬਿਰਸ਼ ਜਿਹੜੇ ਬਿਰਖ ਬੂਟੇ ਰੁੱਖ ਆਦਿਕ ਹਨ, ਉਹ ਨਿਪਜਾਏ ਪੈਦਾ ਕਰਤੇ ਰਚ ਦਿੱਤੇ ਹਨ। ਕਈ ਕੋਟ ਪਵਨ ਪਾਣੀ ਬੈ ਸੰਤਰ। ਆਮ ਤੌਰ 'ਤੇ ਸਾਨੂੰ ਇੱਕ ਹੀ ਹਵਾ ਦਾ ਪਤਾ, ਹਵਾ ਵਗ ਰਹੀ ਹੈ। ਸਾਡੇ ਸਰੀਰ ਵਿੱਚ ਹੀ 5 ਪ੍ਰਕਾਰ ਦੀ ਹਵਾ ਹੈ। ਪ੍ਰਾਣ ਵਾਯੂ, ਅਪਾਨ ਵਾਯੂ, ਸਮਾਨ ਵਾਯੂ, ਬਿਆਨ ਵਾਯੂ ਅਤੇ ਉਦਿਆਨ ਵਾਯੂ। ਇਹ ਸਰੀਰ ਦੇ 5 ਹਿੱਸਿਆਂ 'ਚ ਵੱਖਰੇ ਵੱਖਰੇ ਥਾਵਾਂ 'ਤੇ ਰਹਿੰਦੀ ਹੈ। ਕੋਈ ਦਸਮ ਦੁਆਰ 'ਚ ਹਵਾ ਹੈ, ਇਸੇ ਤਰ੍ਹਾਂ ਗਲੇ ਵਿੱਚ ਹੈ, ਇਸੇ ਤਰ੍ਹਾਂ ਦਿਲ ਵਾਲੇ ਥਾਂ ਹੈ, ਉਦੋਂ ਥੋੜ੍ਹਾ ਹੇਠਾਂ ਧੁੰਨੀ ਵਿੱਚ ਹੈ। ਇੱਕ ਉਹ ਹਵਾ ਜਿਹਦੇ ਨਾਲ ਸਾਨੂੰ ਜਿਹੜੀ ਅੰਦਰਲੀ ਹਵਾ ਖਾਰਜ ਹੁੰਦੀ ਬਾਹਰ ਨਿਕਲਦੀ ਹੈ ਮੂਲ ਦੁਆਰੇ ਰਾਹੀਂ। ਇਸ ਪ੍ਰਕਾਰ ਇਹ 5 ਤਰ੍ਹਾਂ ਦੀ ਹਵਾ ਤਾਂ ਸਰੀਰ 'ਚ ਹੀ ਮੰਨੀ ਹੈ ਵਿਦਵਾਨਾਂ ਨੇ ਪੁਰਾਤਨ ਸਮੇਂ ਤੋਂ। ਇਸ ਤਰ੍ਹਾਂ ਹਜ਼ੂਰ ਇੱਥੇ ਕਹਿ ਰਹੇ ਨੇ ਵੀ ਕਈ ਕਰੋੜਾਂ ਤਰ੍ਹਾਂ ਦੀ ਪਵਨ ਹਵਾ ਹੈ ਪਰਮਾਤਮਾ ਰਚੀ। ਹੋਰ ਹੋ ਸਕਦਾ ਹੋਰਨਾਂ ਬ੍ਰਹਿਮੰਡਾਂ ਵਿੱਚ, ਹੋਰਨਾਂ ਪੁਰੀਆਂ 'ਚ ਹੋਰ ਤਰ੍ਹਾਂ ਦੀ ਹਵਾ ਹੋਵੇ। ਸੋ ਇਸ ਪ੍ਰਕਾਰ ਪਾਣੀ ਵੀ ਅਨੇਕਾਂ ਤਰ੍ਹਾਂ ਦੇ ਹਨ। ਕਿਧਰੇ ਖਾਰਾ ਹੈ, ਕਿਧਰੇ ਮਿੱਠਾ, ਕਿਤੇ ਕਿਸ ਤਰ੍ਹਾਂ ਦਾ। ਬੈਸੰਤਰ ਅਗਨੀ, ਜਿਹੜੀ ਅੱਗ ਹੈ, ਇਹ ਵੀ ਇੱਕ ਜਠਰ ਅਗਨੀ ਸਾਡੇ ਸਰੀਰ ਪੇਟ ਵਿੱਚ ਹੁੰਦੀ, ਜਿਹਦੇ ਨਾਲ ਭੋਜਨ ਹਜਮ ਹੁੰਦਾ ਹੈ। ਇਸੇ ਤਰ੍ਹਾਂ ਬੜਵਾ ਅਗਨੀ ਹੈ, ਅਤੇ ਜਿਹੜੀ ਸਮੁੰਦਰ ਦੇ ਅੰਦਰ ਹੈ, ਜਿਹਦੇ ਨਾਲ ਸਮੁੰਦਰ ਦਾ ਪਾਣੀ ਸੜੀ ਜਾਂਦਾ ਹੈ। ਔਰ ਇਸੇ ਪ੍ਰਕਾਰ ਇੱਕ ਹਵਾ ਜਿਹੜੀ ਅੱਗ ਹੈ, ਜਿਹੜੀ ਉਹ ਦਾਵਾ ਅਗਨ ਹੈ, ਡਉ ਅਗਨੀ ਵੀ ਉਸਨੂੰ ਕਹਿੰਦੇ, ਜਿਹਦੇ ਨਾਲ ਬਿਰਛਾਂ ਦੇ ਘਸਣ ਤੋਂ ਅੱਗ ਪੈਦਾ ਹੋ ਕੇ ਜੰਗਲ ਸਾਰਾ ਸੜ ਜਾਂਦਾ ਬਿਨਾਂ ਅੱਗ ਲੱਗਣ ਤੋਂ ਹੀ। ਬਾਹਰੋਂ ਅੱਗ ਕੋਈ ਨਹੀਂ ਲਾਉਂਦਾ, ਜਦੋਂ ਬਾਂਸਾਂ ਦੀ ਰਗੜ ਹੁੰਦੀ ਆਪਸ ਵਿੱਚ, ਅਤੇ ਉੱਥੋਂ ਹੀ ਅੱਗ ਪੈਦਾ ਹੋ ਕੇ ਜੰਗਲ ਨੂੰ ਅੱਗ ਲੱਗ ਜਾਂਦੀ ਹੈ। ਇਤਿਆਦਿਕ ਹਜ਼ੂਰ ਕਹਿੰਦੇ ਨੇ ਕਈ ਕਰੋੜਾਂ ਤਰ੍ਹਾਂ ਦੀ ਬਸੰਤਰ ਅਗਨੀ ਵੀ ਹੈ, ਜਿਵੇਂ ਵਿਕਾਰਾਂ ਦੀ ਅੱਗ ਹੈ। ਸੋ ਇਸ ਪ੍ਰਕਾਰ ਤ੍ਰਿਸ਼ਨਾ ਦੀ ਅੱਗ ਹੈ। ਕਈ ਕੋਟ ਦੇਸ਼ ਭੂ ਮੰਡਲ। ਕਈ ਕਰੋੜਾਂ ਦੇਸ਼ ਰਚ ਦਿੱਤੇ ਵਾਹਿਗੁਰੂ ਨੇ। ਭੂ ਮੰਡਲ ਧਰਤੀ ਦੇ ਚੱਕਰ, ਮੰਡਲਾਕਾਰ ਗੋਲਾਕਾਰ ਧਰਤੀ, ਉਹਨੂੰ ਮੰਡਲ ਕਿਹਾ ਜਾਂਦਾ। ਕਈ ਕੋਟ ਸਸੀਰ ਸੂਰ ਨਖੇਤਰ। ਸਾਨੂੰ ਤਾਂ ਇੱਕ ਚੰਦਰਮੇ ਦਾ ਪਤਾ, ਜਿਹੜਾ ਸਾਨੂੰ ਰਾਤ ਨੂੰ ਚਮਕਦਾ ਦਿਖਾਈ ਦਿੰਦਾ ਹੈ।
ਪਰ ਸਾਇੰਟਿਸਟਾਂ ਨੇ ਵੀ ਕਿਹਾ ਹੈ ਕਿ ਬੜੇ ਚੰਦਰਮਾ ਹਨ। ਅਤੇ ਸੂਰਜ ਜਿਹੜਾ ਸਾਨੂੰ ਦਿਖਾਈ ਦਿੰਦਾ ਹੈ, ਇਹਦੇ ਨਾਲ ਵੀ 9-9 10-10 ਗੁਣਾ ਵੱਡੇ ਵੀ ਹਨ ਜਿਹੜੇ ਸੂਰਜ ਨੇ। ਇਸ ਤਰ੍ਹਾਂ ਕਈ ਕਰੋੜਾਂ ਮਹਾਰਾਜ ਕਹਿੰਦੇ ਸੱਸਿਰ ਜਿਹੜੇ ਚੰਦਰਮੇ ਹਨ, ਕਈ ਕਰੋੜਾਂ ਸੂਰਜ ਹਨ, ਅਤੇ ਕਈ ਕਰੋੜਾਂ ਨਖਯੱਤਰ ਦਾ ਅਰਥ ਹੈ ਤਾਰੇ ਹਨ। ਕਈ ਕੋੜ ਦੇਵ ਦਾਨਵ ਇੰਦਰ ਸਿਰ ਛਤਰ, ਕਈ ਕਰੋੜਾਂ ਦੇਵਤੇ ਹਨ, ਕਈ ਕਰੋੜਾਂ ਦਾਨਵ ਰਾਖਸ਼ ਹਨ, ਕਈ ਕਰੋੜਾਂ ਇੰਦਰ ਵਰਗੇ ਸੁਰਗ ਦੇ ਰਾਜੇ ਜਿਨ੍ਹਾਂ ਦੇ ਸਿਰਾਂ 'ਤੇ ਛਤਰ ਝੁੱਲਦੇ ਨੇ। ਸਗਲ ਸਮੱਗਰੀ ਆਪਣੇ ਸੂਤ ਧਾਰੈ, ਸਾਰੀ ਜਿੰਨੀ ਸਮੱਗਰੀ ਕੁਦਰਤ ਰਚਨਾ ਰਚੀ ਹੋਈ ਹੈ ਪ੍ਰਮਾਤਮਾ ਨੇ ਆਪਣੇ ਹੁਕਮ ਰੂਪੀ ਸੂਤਰ ਦੇ ਵਿੱਚ ਧਾਰੈ ਟਿਕਾ ਕੇ ਰੱਖਦਾ। ਪ੍ਰਮਾਤਮਾ ਆਪਣੇ ਹੁਕਮ ਰੂਪੀ ਸੂਤ ਵਿੱਚ ਪਰੋਈ ਹੋਈ ਹੈ। ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਜਿਸ ਜਿਸ ਨੂੰ ਤਾਰਨਾ ਪ੍ਰਮਾਤਮਾ ਨੂੰ ਭਾਉਂਦਾ ਚੰਗਾ ਲੱਗਦਾ, ਉਸ ਦੇ ਤਾਈਂ ਨਿਸ ਪ੍ਰਪੰਚ ਸੰਸਾਰ ਤੋਂ ਤਾਰਦਾ ਵਾਹਿਗੁਰੂ। ਜਿਹਨੂੰ ਪਾਰ ਲੰਘਾਉਣਾ ਚਾਹੁੰਦਾ ਉਸ ਨੂੰ ਲੰਘਾ ਦਿੰਦਾ। ਕਈ ਕੋਟ ਰਾਜਸ ਤਾਮਸ ਸਾਤਕ, ਮਾਇਆ ਦੇ 3 ਸੁਭਾਵ ਨੇ ਜਿਨ੍ਹਾਂ ਨੂੰ 3 ਗੁਣ ਕਿਹਾ ਜਾਂਦਾ ਹੈ, ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ। ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਕਈ ਕਰੋੜਾਂ ਹੀ ਰਜੋਗੁਣੀ ਸੁਭਾਅ ਵਾਲੇ ਰਾਜਸੀ ਲੋਕ ਨੇ, ਕਈ ਕਰੋੜਾਂ ਭੈੜੇ ਕੰਮ ਕਰਨ ਵਾਲੇ, ਜੀਆਂ ਦਾ ਕਤਲ ਆਦਿ ਕਰਨਾ, ਦੁੱਖ ਦੇਣਾ, ਮਾਰ ਜੀਆਂ ਨੂੰ ਖਾਣਾ, ਉਹ ਤਾਮਸੀ ਬਿਰਤੀ ਵਾਲੇ ਨੇ, ਭੈੜੇ ਹੀ ਕੰਮ ਕਰਨੇ ਜਿਨ੍ਹਾਂ ਨੇ। ਤਮੋ ਗੁਣ ਦੀ ਪ੍ਰਧਾਨਤਾ ਵਾਲੇ ਵੀ ਕਰੋੜਾਂ ਹੀ ਨੇ। ਕਈ ਕਰੋੜਾਂ ਸ਼ਾਂਤਕੀ ਸੁਭਾਅ ਵਾਲੇ ਹਨ, ਸਤੋਗੁਣੀ ਹਨ, ਚੰਗੇ ਕਰਮ ਕਰਦੇ ਨੇ, ਪਰ ਹੈ ਉਹ ਵੀ ਕਰਮਾਂ ਵਿੱਚ ਹੀ, ਸੋ ਚੌਥੇ ਪਦ ਵਾਲੇ ਨਹੀਂ, ਉਹ ਵੀ ਸਤੋਗੁਣੀ ਵੀ ਕਰੋੜਾਂ ਹੀ ਪਰਮੇਸ਼ਰ ਨੇ ਪੈਦਾ ਕੀਤੇ ਆ। ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸਾਸਤ, ਸਾਨੂੰ ਤੇ 4 ਵੇਦਾਂ 18 ਪੁਰਾਣਾਂ ਅਤੇ 27 ਸਿਮਰਤੀਆਂ ਦਾ ਹੀ ਪਤਾ। ਹਜ਼ੂਰ ਕਹਿੰਦੇ ਕਈ ਕਰੋੜਾਂ ਹੀ ਹਨ। ਇਹ ਵੇਦਾਂ ਵਰਗੇ ਹੋਰ ਵੇਦ, ਪੁਰਾਣਾ ਗ੍ਰੰਥਾਂ ਵਰਗੇ ਹੋਰ ਪੁਰਾਣ, ਸਿਮਰਤੀਆਂ ਅਤੇ ਸ਼ਾਸਤਰ, ਹੁਣ ਤੱਕ ਜਿੰਨੇ 6 ਸ਼ਾਸਤਰ ਮੰਨੇ ਨੇ ਸਨਾਤਨ ਮਤ ਦੇ, ਜਿਨ੍ਹਾਂ ਦਾ ਪਤਾ ਹੋ ਸਕਦਾ ਕਦੋਂ ਦੀ ਸ੍ਰਿਸ਼ਟੀ ਸਾਜਦਾ ਚੱਲਿਆ ਆ ਰਿਹਾ ਵਾਹਿਗੁਰੂ, ਕਿੰਨੇ ਕਰੋੜਾਂ ਹੀ ਸ਼ਾਸਤਰ ਬਣਾਏ ਹੋਣਗੇ ਜੋ ਅੱਜ ਨਹੀਂ ਹਨ। ਸੋ ਇਸ ਪ੍ਰਕਾਰ ਕਈ ਕਰੋੜਾਂ ਲੋਕ ਵੇਦਾਂ ਨੂੰ, ਪੁਰਾਣਾਂ ਨੂੰ, ਸਿਮਰਤੀਆਂ ਅਤੇ ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਵਿਚਾਰਨ ਵਾਲੇ, ਸੁਣਾਉਣ ਵਾਲੇ ਵੀ ਕਰੋੜਾਂ ਹੀ। ਕਈ ਕੋਟ ਕੀਏ ਰਤਨ ਸਮੁੰਦਰ ਦੇ ਵਿੱਚ ਜਿਹੜੇ ਰਤਨ ਨੇ ਵੀ ਕਈ ਕਰੋੜਾਂ ਪਰਮੇਸ਼ਰ ਨੇ ਪੈਦਾ ਕਰ ਦਿੱਤੇ ਹੈ। ਸੋ ਇਸ ਪ੍ਰਕਾਰ ਇਹ ਵੀ ਅਰਥ ਨਿਕਲਦਾ ਵੀ ਕਰੋੜਾਂ ਹੀ ਸਮੁੰਦਰ ਅਤੇ ਕਰੋੜਾਂ ਹੀ ਰਤਨ ਪੈਦਾ ਕੀਤੇ ਆ। ਕਈ ਕੋੜ ਨਾਨਾ ਪ੍ਰਕਾਰ ਜੰਤ, ਕਈ ਕਰੋੜਾਂ ਨਾਨਾ ਮਹਿਣੇ ਅਨੇਕਾਂ ਤਰ੍ਹਾਂ ਦੇ, ਅਨੇਕਾਂ ਪ੍ਰਕਾਰ ਦੇ ਜੰਤ ਹਨ, ਛੋਟੇ ਵੱਡੇ। ਜੀ ਵੱਡਿਆਂ ਨੂੰ ਕਿਹਾ ਜਾਂਦਾ, ਜੰਤ ਛੋਟਿਆਂ ਨੂੰ। ਕਈ ਕੋਟ ਕੀਏ ਚਿਰ ਜੀਵੇ, ਕਈ ਕਰੋੜਾਂ ਚਿਰ ਜੀਵੇ, ਚਰਨਜੀਵ, ਲੰਮੀ ਉਮਰ ਭੋਗਣ ਵਾਲੇ, ਜ਼ਿਆਦਾ ਚਿਰ ਜਿਉਂਦੇ ਰਹਿਣ ਵਾਲੇ। ਜਿਵੇਂ ਪਸੁੰਡ ਨਾਂ ਦਾ ਰਿਸ਼ੀ, ਕਾਕ ਪਸੁੰਡ ਜਿਹੜਾ ਉਹ ਲੰਬੀ ਉਮਰ ਵਾਲਾ ਮੰਨਿਆ, ਮਾਰਕੰਡਾ ਰਿਸ਼ੀ ਬੜੀ ਲੰਮੀ ਉਮਰ ਵਾਲਾ ਮੰਨਿਆ। ਇਸ ਤਰ੍ਹਾਂ ਸੱਪਾਂ ਦੀਆਂ ਉਮਰਾਂ ਬੜੀਆਂ ਲੰਮੀਆਂ ਹਨ। ਜਾਂ ਯੋਗਾ ਅਭਿਆਸ ਰਾਹੀਂ ਕਈ ਲੋਕ ਹਜ਼ਾਰਾਂ ਸਾਲ ਵੀ ਜਿਉਂਦੇ ਰਹਿ ਜਾਂਦੇ ਆ। ਇਸ ਤਰ੍ਹਾਂ ਵਾਹਿਗੁਰੂ ਨੇ ਕਈ ਕਰੋੜਾਂ ਲੰਬਾ ਸਮਾਂ ਜਿਉਂਦੇ ਰਹਿਣ ਵਾਲੇ ਚਿਰੰਜੀਵੀ ਵੀ ਪੈਦਾ ਕੀਤੇ ਆ। ਕਈ ਕੋੜ ਗਿਰੀ ਮੇਰ ਸਵਰਨ ਥੀਵੇ, ਕਈ ਕਰੋੜਾਂ ਸਵਰਨ ਸੋਨੇ ਦੇ ਸਮੇਰ ਪਰਬਤ ਵਰਗੇ, ਗਿਰ ਨਾਮ ਗਿਰੀ ਪਹਾੜਾਂ ਦਾ ਨਾਮ ਹੈ, ਸਮੇਰ ਪਰਬਤ ਵਰਗੇ ਸਵਰਨ ਸੋਨੇ ਦੇ ਪਹਾੜ ਪਰਮੇਸ਼ਰ ਨੇ ਥੀਵੇ ਹੋਏ ਹਨ, ਉਹਦੇ ਵੱਲੋਂ ਬਣ ਗਏ। ਵਾਹਿਗੁਰੂ ਦੀ ਰਚਨਾ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਥੀਵੇ ਹੋ ਗਏ, ਬਣ ਗਏ। ਕਈ ਕੋਟ ਜਖ ਕਿੰਨਰ ਪਿਸਾਚ, ਕਈ ਕਰੋੜਾਂ ਜਖ ਹਨ। ਇਹ ਦੇਵਤਿਆਂ ਅਤੇ ਦੈਂਤਾਂ ਦੇ ਵਿਚਲੀ ਨਸਲ ਮੰਨੇ ਗਏ ਨੇ। ਇਹ ਜਿਹੜੇ ਯਖ ਹਨ, ਇਹ ਜਿਹੜਾ ਕੁਬੇਰ ਹੈ ਧਨ ਦਾ ਦੇਵਤਾ, ਸੋ ਉਸ ਦੇ ਅਧੀਨ ਜਿਹੜੇ ਉਹਦੇ ਦਾਸ ਨੇ ਉਹ ਮੰਨੇ ਗਏ ਆ, ਅਤੇ ਇਹਨਾਂ ਦਾ ਪਹਿਰਾ ਉਹਦੇ ਕੁਬੇਰ ਦੇ ਖਜ਼ਾਨੇ 'ਤੇ ਹੁੰਦਾ। ਸੋ ਇਸੇ ਪ੍ਰਕਾਰ ਜਿਹੜੇ ਕਿੰਨਰ ਹਨ, ਕਿੰਨਰ ਇਹ ਪੁਲਸਤ ਰਿਸ਼ੀ ਦੀ ਔਲਾਦ ਮੰਨੇ ਜਾਂਦੇ ਨੇ, ਅਤੇ ਅੱਧਾ ਸਰੀਰ ਧੜ ਜਿਹੜਾ ਉਹ ਬੰਦੇ ਦਾ ਅਤੇ ਉੱਪਰ ਸਿਰ ਜਿਹੜਾ ਘੋੜੇ ਦਾ। ਅਤੇ ਇਸੇ ਪ੍ਰਕਾਰ ਕਿੰਗ ਪੁਰਸ਼ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ। ਅਤੇ ਜਿਹੜੇ ਖੁਸਰੇ ਲੋਕ ਨੇ ਨੱਚਣ ਵਾਲੇ, ਉਹਨਾਂ ਦੇ ਵਾਸਤੇ ਵੀ ਇਹ ਕਿੰਨਰ ਸ਼ਬਦ ਵਰਤਿਆ ਜਾਂਦਾ ਵੈਸੇ, ਪਰ ਹੈ ਪੁਲਸਤ ਰਿਸ਼ੀ ਦੀ ਔਲਾਦ ਜਿਹੜੇ ਹਨ। ਜਦੋਂ ਕਬੀਰ ਦੇ ਦਰਬਾਰ ਵਿੱਚ ਗੰਧਰਵ ਗਾਉਂਦੇ ਨੇ ਨਾ,
ਗਾਉਣ ਵਾਲੇ ਨੂੰ ਗੰਧਰਵ ਕਿਹਾ ਜਾਂਦਾ। ਉਦੋਂ ਇਹ ਜਿਹੜੇ ਕਿੰਨਰ ਹਨ ਇਹ ਨਾਚ ਕਰਦੇ ਨੇ। ਹੋਰ ਵੀ ਦੇਵਤਿਆਂ ਦੀਆਂ ਪੁਰੀਆਂ 'ਚ ਜਦੋਂ ਗਾਇਆ ਜਾਂਦਾ ਤੇ ਇਹ ਕਿੰਨਰ ਨਾਚ ਕਰਨ ਵਾਲੇ ਮੰਨੇ ਨੇ। ਸੋ ਇਸੇ ਪ੍ਰਕਾਰ ਪਿਸਾਚ, ਪਿਸਤ ਨਾਮ ਹੈ ਮਾਸ ਦਾ, ਅਚ ਨਾਮ ਅਚਵਣਾ ਖਾਣਾ, ਮਾਸਾਹਾਰੀ। ਕੁਝ ਭੂਤਾਂ ਪ੍ਰੇਤਾਂ ਵਿੱਚ ਵੀ ਪਿਸਾਚ ਲੋਕ ਨੇ ਜਿਨ੍ਹਾਂ ਨੂੰ ਮਾਸ ਖਾਣ ਦੀ ਆਦਤ ਹੈ, ਉਹਨਾਂ ਦੀ ਖੁਰਾਕ ਹੀ ਮਾਸ ਹੈ। ਤੇ ਇਸ ਪ੍ਰਕਾਰ ਪਿਸਾਚ ਵੈਸੇ ਅਰਥ ਜਿਹੜਾ ਉਹ ਪਿਸਤ ਮਾਸ ਨੂੰ ਖਾਣ ਵਾਲੇ ਜਿਹੜੇ ਜੀਵ ਨੇ ਉਹ। ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ, ਕਈ ਕਰੋੜਾਂ ਭੂਤ ਬੰਦੇ ਵਰਗਾ ਹੀ ਕਹਿੰਦੇ ਹੁੰਦਾ ਤੇ ਪ੍ਰੇਤ ਦੀ ਸ਼ਕਲ ਬੜੀ ਭੈੜੀ ਹੈ। ਪ੍ਰੇਤ ਪਿੰਜਰ ਮੈਂ ਦੂਖ ਘਨੇਰੇ। ਸੋ ਜਿਹੜੇ ਜਿਉਂਦੇ ਮਨੁੱਖ ਹੀ ਦਿਖਾਈ ਦਿੰਦੇ ਨੇ ਪਰ ਕਰਮ ਜਿਨ੍ਹਾਂ ਦੇ ਬੁਰੇ ਉਹਨਾਂ ਨੂੰ ਵੀ ਭੂਤ ਪ੍ਰੇਤ ਹੀ ਹਜ਼ੂਰ ਨੇ ਕਿਹਾ ਹੈ। ਸੋ ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਜੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤਾ ਮਾਨਸ ਵਰਤਹਿ ਵਿਰਲੇ ਹਉਮੈ ਮਾਰੀ। ਕਲਯੁਗ ਦੇ ਮਨੁੱਖ ਹੀ ਹਜ਼ੂਰ ਕਹਿੰਦੇ ਭੂਤਾਂ ਪ੍ਰੇਤਾਂ ਵਰਗੇ ਨੇ ਜਿਨ੍ਹਾਂ ਰਾਮ ਪਰਮੇਸ਼ਰ ਨੂੰ ਪਛਾਣਿਆ ਨਹੀਂ ਕਿ ਰੱਬ ਵੀ ਕਿਤੇ ਹੈ। ਸੋ ਇਸ ਪ੍ਰਕਾਰ ਕਈ ਕਰੋੜਾਂ ਪ੍ਰਤੱਖ ਮਨੁੱਖ ਜੂਨੀ ਅੰਦਰ ਵੀ ਭੂਤਾਂ ਵਰਗੇ ਹੀ ਨੇ, ਪ੍ਰੇਤਾਂ ਵਰਗੇ ਹੀ ਨੇ। ਤੇ ਉਹ ਜਿਹੜੀਆਂ ਸੂਖਮ ਸਰੀਰ ਹਨ ਜਿਨ੍ਹਾਂ ਦੇ ਮਾੜੇ ਕਰਮਾਂ ਕਰਕੇ ਉਹਨਾਂ ਜੂਨਾਂ ਨੂੰ ਪ੍ਰਾਪਤ ਉਹ ਵੀ ਕਰੋੜਾਂ ਹੀ ਹਨ। ਤੇ ਪ੍ਰੇਤ ਹਨ ਤੇ ਸੂਕਰ ਸੂਰ ਹਨ। ਮ੍ਰਿਗ ਆਚ, ਮ੍ਰਿਗਾਜ ਦਾ ਅਰਥ ਹੈ ਮ੍ਰਿਗ ਹਿਰਨਾਦਿਕਾਂ ਨੂੰ ਅਚਵਣ ਖਾਣ ਵਾਲੇ ਸ਼ੇਰ ਆਦਿਕ। ਸਭ ਤੇ ਨੇੜੇ ਸਭ ਹੂ ਤੇ ਦੂਰ, ਸਭਨਾਂ ਤੋਂ ਨੇੜੇ ਹੈ ਪਰਮਾਤਮਾ ਤੇ ਸਭਨਾਂ ਤੋਂ ਦੂਰ ਵੀ ਹੈ। ਬਾਕੀ ਜਿੰਨੀਆਂ ਚੀਜ਼ਾਂ ਸਰੀਰ ਦੇ ਹੱਥ ਅੰਗ ਪੈਰ ਸਾਡੇ ਸਰੀਰ ਨਾਲ ਲੱਗੇ ਹੋਏ ਨੇ, ਪਰ ਵਾਹਿਗੁਰੂ ਦੀ ਜੋਤ ਸਾਡੇ ਹਿਰਦੇ 'ਚ ਹੈ, ਅੰਦਰ ਹੈ। ਸਾਰੇ ਭਾਵ ਬਿਲਕੁਲ ਨੇੜੇ ਤੋਂ ਨੇੜੇ ਸਮਾਈ ਹੋਈ ਹੈ ਪਰਮਾਤਮਾ ਦੀ ਜੋਤ, ਪਰ ਅਸੀਂ ਵਾਹਿਗੁਰੂ ਤੋਂ ਦੂਰ ਜਾ ਰਹੇ ਹਾਂ। ਸਭ ਤੇ ਨੇੜੇ, ਸਭਨਾਂ ਤੋਂ ਨੇੜੇ ਹੈ। ਹੋਰਨਾਂ ਸਾਰਿਆਂ ਜੀਆਂ ਤੋਂ ਕੋਈ ਜੀਵ ਸਾਡੇ ਕੋਲ ਖਲੋਤਾ, ਨੇੜੇ ਖਲੋਤਾ, ਬਿਲਕੁਲ ਨਾਲ ਜੁੜ ਕੇ ਖਲੋਤਾ, ਪਰਮਾਤਮਾ ਉਹਦੇ ਨਾਲੋਂ ਵੀ ਨੇੜੇ ਹੈ। ਤੇ ਸਭ ਹੂੰ ਤੇ ਦੂਰ, ਸਭਨਾਂ ਤੋਂ ਦੂਰ ਵੀ ਹੈ ਪਰਮਾਤਮਾ, ਕਿਉਂਕਿ ਸਾਡੀ ਸੋਚ ਸਮਝ ਤੋਂ ਪਰੇ ਹੈ, ਬੁੱਧੀ ਦੀ ਸਿਆਣਪ ਤੋਂ ਪਰੇ ਹੈ। ਇਸ ਤਰ੍ਹਾਂ ਸਭ ਤੋਂ ਦੂਰ ਵੀ ਹੈ। ਨਾਨਕ ਆਪ ਅਲਿਪਤ ਰਹਿਆ ਭਰਪੂਰ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਵੀ ਸਾਰੀ ਕੁਦਰਤ ਵਿੱਚ ਭਰਪੂਰ ਹੋ ਰਿਹਾ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏ ਕੰਕਾਰ। ਪਰ ਭਰਪੂਰ ਹੁੰਦਾ ਹੋਇਆ ਅਲਿਪਤ ਹੈ। ਲਿਪਤ ਹੁੰਦਾ ਲਿਬੜਿਆ ਹੋਇਆ, ਅਲਿਪਤ ਮਤਲਬ ਨਹੀਂ ਲਿਬੜਿਆ ਹੋਇਆ, ਨਿਰਲੇਪ ਜਿਸ ਨੂੰ ਕਿਹਾ ਜਾਂਦਾ। ਆਪ ਨਿਰਲੇਪ ਰਹਿੰਦਾ ਹੋਇਆ ਭਰਪੂਰ ਹੋ ਰਿਹਾ ਸਾਰੀ ਕੁਦਰਤ। ਜਿਵੇਂ ਅਸਮਾਨ ਤੇ ਸੂਰਜ ਹੈ, ਦੂਰ ਹੈ ਨਾ ਸਾਥੋਂ ਬਹੁਤ, ਉਸ ਦਾ ਪ੍ਰਕਾਸ਼, ਉਸ ਦੀਆਂ ਕਿਰਨਾਂ ਸਾਰੀ ਧਰਤੀ ਤੇ ਪੈ ਰਹੀਆਂ। ਇਸ ਤਰ੍ਹਾਂ ਫਿਰ ਉਸ ਦੀ ਸਾਡੇ ਸਾਰਿਆਂ ਤੱਕ ਪਹੁੰਚ ਹੋਈ। ਪਰ ਉਹ ਜਿਹੜਾ ਪ੍ਰਕਾਸ਼ ਤੇ ਸੂਰਜ ਦੀਆਂ ਕਿਰਨਾਂ ਹਨ, ਗੰਦੇ ਮੰਦੇ ਥਾਂ ਤੇ ਵੀ ਪੈਣ ਤੇ ਉੱਥੇ ਲਿਬੜ ਨਹੀਂ ਜਾਣਗੀਆਂ। ਇਸ ਤਰ੍ਹਾਂ ਹੀ ਜੀਆਂ ਦੇ ਅੰਦਰ ਪਰਮਾਤਮਾ ਦੀ ਜੋਤ ਹੈ, ਸਭਨਾਂ ਤੱਕ ਪਹੁੰਚ ਹੈ ਵਾਹਿਗੁਰੂ ਦੀ। ਉਹਦੀ ਚੇਤਨ ਸੱਤਾ ਸਾਰੀ ਸ੍ਰਿਸ਼ਟੀ ਵਿੱਚ ਹੈ। ਪਰ ਜਿਵੇਂ ਸੂਰਜ ਦਾ ਪ੍ਰਕਾਸ਼ ਜਾਂ ਕਿਰਨਾਂ ਨਹੀਂ ਲਿਪਾਏਮਾਨ ਹੁੰਦੀਆਂ, ਇਸੇ ਤਰ੍ਹਾਂ ਵਾਹਿਗੁਰੂ ਵੀ ਲਿਪਾਏਮਾਨਗੀ ਤੋਂ ਰਹਿਤ ਹੈ। ਕਈ ਕੋਟ ਪਾਤਾਲ ਕੇ ਵਾਸੀ, ਹਜ਼ੂਰ ਫਰਮਾਉਂਦੇ ਨੇ ਕਈ ਕਰੋੜਾਂ ਪਾਤਾਲ ਦੇ ਵਿੱਚ ਨਿਵਾਸ ਕਰਨ ਵਾਲੇ ਸੱਪ ਆਦਿਕ ਜਿਹੜੇ ਧਰਤੀ ਦੇ ਹੇਠਾਂ ਰਹਿਣ ਵਾਲੇ ਜੀਵ ਨੇ, ਉਹਨਾਂ ਨੂੰ ਕਿਹਾ ਜਾਏਗਾ ਵੀ ਪਾਤਾਲਾਂ ਦੇ ਵਾਸੀ ਨੇ। ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕਰੋੜਾਂ ਨਰਕਾਂ ਤੇ ਸੁਰਗਾਂ ਵਿੱਚ ਨਿਵਾਸ ਕਰਨ ਵਾਲੇ ਨੇ ਆਪਣੇ ਕਰਮਾਂ ਦੇ ਮੁਤਾਬਕ। ਜਿਹੜੇ ਸੱਜਣ ਨਰਕ ਸੁਰਗ ਬਾਰੇ ਕਹਿੰਦੇ ਨੇ ਵੀ ਇਹ ਕਬੀਰ ਦਾ ਬਚਨ ਹੈ ਕਿ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ। ਰਾਦੇ ਰੱਦਣ ਦਾ ਅਰਥ ਇਹ ਨਹੀਂ ਹੈ ਵੀ ਹੈ ਹੀ ਨਹੀਂ, ਪਰ ਉਹਨਾਂ ਦਾ ਪ੍ਰਭਾਵ ਨਹੀਂ ਸੰਤਾਂ ਭਗਤਾਂ ਦਾ, ਕਿਉਂਕਿ ਸੁਰਗ ਬਾਸ ਨਾ ਬਾਂਸ਼ੀ ਹੈ। ਸਵਰਗ ਦੇ ਵਾਸੇ ਨੂੰ ਅਸੀਂ ਇੱਛਦੇ ਹੀ ਨਹੀਂ, ਲੋੜਦੇ ਨਹੀਂ, ਤੇ ਡਰੀਆ ਨਾ ਨਰਕ ਨਿਵਾਸ। ਇਹ ਭਗਤਾਂ ਦੀ ਅਵਸਥਾ ਹੈ ਵੀ ਉਹ ਨਰਕਾਂ ਵਿੱਚ ਵੀ ਪੈਣ ਤੋਂ ਨਹੀਂ ਡਰਦੇ। ਅਸੀਂ ਤੇ ਹਰ ਦੁੱਖ ਤੋਂ ਡਰਦੇ ਹਾਂ, ਸਾਡੀ ਉਹ ਅਵਸਥਾ ਨਹੀਂ ਹੈ। ਗੱਲਾਂ ਬਾਤਾਂ ਵੱਡੀਆਂ ਕਰ ਸਕਦੇ ਵੀ ਅਸੀਂ ਸਵਰਗ ਦਾ ਵਾਸਾ ਲੋੜਦੇ ਨਹੀਂ, ਨਰਕਾਂ 'ਚ ਪੈਣ ਤੋਂ ਡਰਦੇ ਨਹੀਂ ਆ। ਮਾਤ ਲੋਕ ਦਾ ਜਿਹੜਾ ਸੁੱਖ ਆ ਉਹ ਤਾਂ ਅਸੀਂ ਛੱਡ ਨਹੀਂ ਸਕੇ। ਫਿਰ ਸਵਰਗ ਵਿੱਚ ਸਾਨੂੰ ਨਿਵਾਸ ਮਿਲੇ ਤੇ ਕਿਉਂ ਨਾ ਅਸੀਂ ਖੁਸ਼ ਹੋਵਾਂਗੇ। ਇਹ ਮਾਤ ਲੋਕ ਵਿੱਚ ਵੀ ਜਿਹੜੀ ਸੁੱਖ ਦੇ ਸਮਾਨ ਨੇ, ਵੱਡੇ ਵੱਡੇ ਘਰ, ਵੱਡੀਆਂ ਗੱਡੀਆਂ, ਬਹੁਤੀ ਅਮੀਰੀ, ਇਹ ਵੀ ਸੁਰਗ ਹੈ। ਤੇ ਦੁੱਖਾਂ 'ਚ ਪਏ ਰਹਿਣਾ ਇੱਕ ਨਰਕ ਹੈ। ਜੇ ਇਸ ਨਰਕ ਤੋਂ ਡਰਦੇ ਹਾਂ ਤੇ ਪਰਲੋਕ ਵਿਚਲੇ ਨਰਕ ਤੋਂ ਵੀ ਡਰਾਂਗੇ। ਇਹ ਤੇ ਭਗਤ ਜੀ ਦੀ ਅਵਸਥਾ ਹੈ। ਭਈ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ, ਹਮ ਕਾਹੂੰ ਕੀ ਕਾਣ ਨਾ ਗੜਤੇ।
ਆਪਣੇ ਗੁਰ ਪ੍ਰਸਾਦੇ। ਆਪਣੇ ਗੁਰੂ ਦੀ ਕਿਰਪਾ ਨਾਲ ਅਸੀਂ ਕਿਸੇ ਚੀਜ਼ ਦੀ ਕਾਣ ਨਹੀਂ ਕੱਢਦੇ, ਮੁਥਾਜੀ ਨਹੀਂ ਕੱਢਦੇ। ਸਾਨੂੰ ਕਿਸੇ ਦੀ ਮੁਥਾਜੀ ਕਰਨ ਦੀ ਲੋੜ ਨਹੀਂ ਸੁਰਗ ਜਾਣ ਵਾਸਤੇ ਜਾਂ ਨਰਕ ਤੋਂ ਬਚਣ ਵਾਸਤੇ। ਅਸੀਂ ਵਾਹਿਗੁਰੂ ਦੇ ਸੇਵਕ ਹਾਂ, ਰੱਬ ਦਾ ਨਾਮ ਜਪਦੇ ਹਾਂ। ਜੇ ਉਹਨੇ ਨਰਕਾਂ 'ਚ ਵੀ ਪਾ ਦਿੱਤਾ, ਸਾਨੂੰ ਆਪਣਾ ਨਾਮ ਬਖਸ਼ੇ, ਸਾਨੂੰ ਕੋਈ ਪਰਵਾਹ ਨਹੀਂ। ਸਵਰਗ ਦੀ ਸੁੱਖਾਂ ਦੀ ਇੱਛਾ ਨਹੀਂ ਰੱਖਦੇ ਹਾਂ, ਪਰ ਇਹ ਨਹੀਂ ਹੈ ਗੱਲ ਕਿ ਨਰਕ ਸਵਰਗ ਹੈ ਹੀ ਨਹੀਂ। ਨਹੀਂ, ਐਸਾ ਨਹੀਂ ਹੈ। ਮਾਤ ਲੋਕ 'ਤੇ ਵੀ ਨਰਕਾਂ ਵਰਗਾ ਜੀਵਨ ਹੈ ਲੋਕਾਂ ਦਾ, ਸਵਰਗਾਂ ਵਰਗਾ ਵੀ ਹੈ, ਪਰ ਇਹ ਪ੍ਰਲੋਕ ਵਿੱਚ ਵੀ ਨਰਕ ਸਵਰਗ ਹਨ। ਸੋ ਹਜ਼ੂਰ ਕਹਿੰਦੇ ਨੇ ਵੀ ਕਈ ਕੋਟ ਨਰਕ ਸੁਰਗ ਨਿਵਾਸੀ, ਨਰਕਾਂ ਤੇ ਸਵਰਗਾਂ ਵਿੱਚ ਨਿਵਾਸ ਕਰਨ ਵਾਲੇ ਵੀ ਕਈ ਕਰੋੜਾਂ ਨੇ। ਕਈ ਕੋਟ ਜਨਮ ਹੈ ਜੀਵ ਹੈ ਮਰ ਹੈ, ਕਈ ਕਰੋੜਾਂ ਜੀਵ ਐਸੇ ਰੋਜ਼ ਜੰਮਦੇ ਨੇ ਔਰ ਇਸ ਤਰ੍ਹਾਂ ਜੀਵਨ ਬਤੀਤ ਕਰਦੇ ਜਿਉਂਦੇ ਹਨ। ਕਈ ਕਰੋੜਾਂ ਹੀ ਮਰਦੇ ਪਏ ਨੇ, ਰੋਜ਼ ਰੋਜ਼ ਮਰ ਜਾਂਦੇ ਹਨ, ਜਨਮ ਲੈਂਦੇ ਹਨ, ਜਿਉਂਦੇ ਹਨ, ਫਿਰ ਮਰ ਜਾਂਦੇ ਨੇ। ਇਹੀ ਉਹਨਾਂ ਦੀ ਦੁਰਗਤੀ ਹੈ। ਜਨਮ ਦੇ ਜਿਉਂਦੇ ਨੇ ਆਪਣੇ ਵਾਸਤੇ, ਸਰੀਰਾਂ ਦੇ ਸੁੱਖਾਂ ਲਈ, ਫਿਰ ਮਰ ਜਾਂਦੇ ਨੇ। ਇਸ ਚੱਕਰ ਵਿੱਚ ਜਾਨੀ ਪਏ ਰਹਿੰਦੇ। ਕਈ ਕੋਟ ਬਹੁਤ ਜੋਨੀ ਫਿਰ ਹੈ, ਕਈ ਕਰੋੜਾਂ ਹੀ ਜੀਵ ਐਸੇ ਨੇ ਕਿ ਉਹ ਮਨੁੱਖ ਜਨਮ ਪ੍ਰਾਪਤ ਹੋਣ ਦੇ ਬਾਵਜੂਦ ਫਿਰ ਜਿਹੜੀਆਂ ਟੇਢੀਆਂ ਮੇਢੀਆਂ ਜੂਨਾਂ ਹਨ, ਉਹਨਾਂ ਜੂਨਾਂ 'ਚ ਹੀ ਤੁਰੇ ਫਿਰਦੇ ਨੇ। ਕਈ ਕੋਟ ਬੈਠਤ ਹੀ ਖਾਹੇ, ਕਈ ਕਰੋੜਾਂ ਆਪਣੇ ਪੂਰਬਲੇ ਪੁੰਨਾਂ ਦੇ ਫਲ ਵਜੋਂ ਬੈਠਤ ਬੈਠੇ ਹੋਏ ਹੀ ਖਾਈ ਜਾਂਦੇ ਹਨ, ਭੋਗਾਂ ਨੂੰ, ਪਦਾਰਥਾਂ ਨੂੰ ਭੋਗਦੇ ਨੇ। ਪੂਰਬਲੇ ਪੁੰਨ ਹੋਣਗੇ, ਇਸ ਕਰਕੇ ਉਹ ਭੋਗਦੇ ਨੇ। ਉਹਨਾਂ ਨੂੰ ਕੁਛ ਕਰਨਾ ਨਹੀਂ ਪੈਂਦਾ। ਅਮੀਰਾਂ ਦੇ ਘਰ ਜਨਮ ਹੋ ਜਾਏ ਤੇ ਕਈ ਫਿਰ ਕਰੋੜਾਂ 'ਚ ਬੈਠੇ ਖਾਈ ਜਾਂਦੇ ਹਨ। ਕਈ ਕੋਟ ਘੱਲ ਹੈ ਥੱਕ ਪਾ ਹੈ, ਤੇ ਕਈ ਕਰੋੜਾਂ ਐਸੇ ਹਨ ਉਹਨਾਂ ਦੇ ਪੂਰਬਲੇ ਪੁੰਨ ਹੈ ਨਹੀਂ, ਗਰੀਬੀ ਵਿੱਚ ਜਨਮ ਹੋਇਆ ਤੇ ਉਹ ਘਾਲਣਾ ਘਾਲਦੇ ਨੇ ਪਦਾਰਥਾਂ ਦੀ ਖਾਤਰ, ਖਾਣ ਪੀਣ ਵਾਸਤੇ, ਤੇ ਘਾਲਣਾ ਘਾਲਦੇ ਹੀ ਥੱਕ ਪੈਂਦੇ ਨੇ, ਰੋਜ਼ ਰੋਜ਼ ਥੱਕ ਜਾਂਦੇ ਨੇ। ਫਿਰ ਵੀ ਮਨ ਭਾਉਂਦੀ ਖੁਰਾਕ ਨਹੀਂ ਮਿਲਦੀ, ਮਨ ਇੱਛਤ ਸੁੱਖ ਨਹੀਂ ਮਿਲਦੇ। ਕਈ ਕੋਟ ਕੀਏ ਧਨਵੰਤ, ਕਈ ਕਰੋੜਾਂ ਪੂਰਬਲੇ ਪੁੰਨਾਂ ਦੇ ਫਲ ਵਜੋਂ ਪ੍ਰਮਾਤਮਾ ਨੇ ਧਨਵੰਤ ਬਣਾਉਣ ਤੇ ਧਨਾੜ ਬਣਾਉਣ ਤੇ। ਜਿਹਨੂੰ ਸਤਿਗੁਰੂ ਮਹਾਰਾਜ ਨੇ ਧਨਵੰਤ ਤਸਲੀਮ ਕੀਤਾ, ਉਹ ਤਾਂ ਹਨ ਧਨਵੰਤ ਨਾਮ ਕੇ ਵਣਜਾਰੇ। ਪਰ ਦੁਨੀਆਦਾਰਾਂ ਦੀ ਨਜ਼ਰ ਵਿੱਚ ਜਿਨ੍ਹਾਂ ਕੋਲ ਰੋਕੜੀ ਹੈ, ਪੈਸਾ ਧੇਲਾ, ਡਾਲਰ ਪਾਉਂਡ ਰੁਪਈਏ ਨੇ, ਉਹਨਾਂ ਨੂੰ ਧਨਵੰਤ ਕਿਹਾ ਜਾਂਦਾ। ਹਜ਼ੂਰ ਕਹਿੰਦੇ ਉਹ ਵੀ ਕਰੋੜਾਂ ਹੀ ਨੇ। ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿਚੰਤ, ਕਈ ਕਰੋੜਾਂ ਐਸੇ ਨੇ ਜਿਨ੍ਹਾਂ ਦੀ ਬਿਰਤੀ ਮਾਇਆ ਵਿੱਚ ਹੀ ਹੈ। ਜੇ ਗਰੀਬੀ ਹੈ ਮਾਇਆ ਵੱਲੋਂ ਥੋੜ੍ਹਾ ਹੈ ਤੇ ਤਾਂ ਵੀ ਚਿੰਤਾ 'ਚ ਗਰਸੇ ਹੋਏ ਨੇ। ਜੇ ਪ੍ਰਾਪਤ ਹੈ ਤੇ ਉਹਨੂੰ ਸਾਂਭਣ ਦੀ, ਕਿੱਥੇ ਖਰਚਣੀ ਕਿੱਥੇ ਨਹੀਂ ਖਰਚਣੀ, ਕਿਤੇ ਖਰਚੀ ਨਜਾਇਜ਼ ਨਾ ਚਲੀ ਜਾਏ, ਐਸੀ ਚਿੰਤਾ ਵਿੱਚ ਵੀ ਗਰਸੇ ਨੇ। ਜਿਵੇਂ ਹਜ਼ੂਰ ਨੇ ਕਿਹਾ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ। ਜਿੱਥੇ ਬਹੁਤਾ ਧਨ ਹੈ ਨਾ ਮਾਇਆ, ਉੱਥੇ ਹੀ ਬਹੁਤੀ ਚਿੰਤਾ। ਜਿਤ ਗ੍ਰਹਿ ਥੋੜੀ ਸੋ ਫਿਰੈ ਭਰਮੰਤਾ। ਜਿਸ ਘਰ 'ਚ ਥੋੜ੍ਹੀ ਆ, ਉਹ ਮਾਇਆ ਦੀ ਪ੍ਰਾਪਤੀ ਵਾਸਤੇ ਭਰਮੰਦਾ ਭਟਕਦਾ ਫਿਰਦਾ। ਇਸ ਪ੍ਰਕਾਰ ਕਈ ਕਰੋੜਾਂ ਮਾਇਆ ਵਿੱਚ ਉਹਨਾਂ ਦਾ ਚਿੱਤ ਹੈ, ਤੇ ਇਸ ਕਰਕੇ ਚਿੰਤਾ ਲੱਗੀ ਹੋਈ ਹੈ। ਜਹ ਜਹ ਭਾਣਾ ਤਹ ਤਹ ਰੱਖੇ। ਜਿੱਥੇ ਜਿੱਥੇ ਜੀਆਂ ਨੂੰ ਰੱਖਣ ਦਾ ਪ੍ਰਮਾਤਮਾ ਦਾ ਭਾਣਾ ਹੈ, ਯਾਨੀ ਜਿੱਥੇ ਜਿੱਥੇ ਰੱਖਣਾ ਉਹਨੂੰ ਭਾਉਂਦਾ ਹੈ, ਜਿੱਥੇ ਜਿੱਥੇ ਰੱਖਣ ਦੀ ਉਸ ਦੀ ਰਜਾ ਹੈ, ਉੱਥੇ ਉੱਥੇ ਹੀ ਉਹ ਰੱਖਦਾ ਹੈ। ਜਹ ਜਹ ਭਾਣਾ ਤਹ ਤਹ ਰੱਖੇ, ਉੱਥੇ ਉੱਥੇ ਜੀਆਂ ਨੂੰ ਰੱਖਿਆ ਹੋਇਆ, ਜੀਵ ਰੱਖੇ ਹੋਏ ਨੇ। ਨਾਨਕ ਸਭ ਕਿਛ ਪ੍ਰਭ ਕੈ ਹਾਥੇ। ਹਜ਼ੂਰ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਭਾਈ ਸਾਰਾ ਕੁਛ, ਸਾਰੀ ਸ਼ਕਤੀ, ਸਾਰੀ ਕਲਾ ਪ੍ਰਮਾਤਮਾ ਦੇ ਆਪਣੇ ਹੱਥ ਵਿੱਚ ਹੀ ਹੈ। ਆਪਣੀ ਮਰਜ਼ੀ ਨਾਲ ਨਹੀਂ ਕੋਈ ਅਮੀਰ ਹੋ ਜਾਂਦਾ, ਆਪਣੀ ਮਰਜ਼ੀ ਨਾਲ ਸੁਖੀ ਨਹੀਂ ਹੋ ਜਾਂਦਾ, ਆਪਣੀ ਮਰਜ਼ੀ ਨਾਲ ਦੁਖੀ ਤੇ ਗਰੀਬ ਨਹੀਂ ਹੁੰਦਾ। ਕਈ ਕੋਟ ਭਏ ਬੈਰਾਗੀ, ਕਈ ਕਰੋੜਾਂ ਵਾਹਿਗੁਰੂ ਦੀ ਇਸ ਰਚਨਾ ਵਿੱਚ ਬੈਰਾਗੀ ਵੀ ਹੋਏ ਨੇ। ਹੁਣ ਤੱਕ ਬੈਰਾਗੀ ਬਣੇ ਨੇ ਜਿਹੜੇ ਰਾਗ ਮੋਹ ਤੋਂ ਰਹਿਤ, ਰਾਮ ਨਾਮ ਸੰਗ ਤਿਨ ਲਿਵ ਲਾਗੀ। ਉਹ ਜਿਹੜੇ ਸੱਚੇ ਬੈਰਾਗੀ ਹਨ, ਵਾਹਿਗੁਰੂ ਦੀ ਖੋਜ ਵਾਲੇ, ਮੁਤਲਾਸ਼ੀ ਤੇ ਸੰਸਾਰ ਦੇ ਮੋਹ ਤੋਂ ਰਹਿਤ, ਉਹਨਾਂ ਦੀ ਰਮੇ ਹੋਏ ਰਾਮ ਪਰਮਾਤਮਾ ਦੇ ਨਾਮ ਦੇ ਸੰਗ ਸਾਥ ਸੁਰਤ ਜੁੜੀ ਹੋਈ, ਲਿਵ ਲੱਗੀ ਹੋਈ, ਤੇਲ ਦੀ ਧਾਰਾਵਤ ਬਿਰਤੀ ਦਾ ਪ੍ਰਵਾਹ ਜੁੜਿਆ ਹੋਇਆ। ਕਈ ਕੋਟ ਪ੍ਰਭ ਕੋ ਖੋਜੰਤੇ, ਕਈ ਕਰੋੜਾਂ ਮੇਰੇ ਪ੍ਰਭੂ ਅਕਾਲ ਪੁਰਖ ਪਰਮਾਤਮਾ ਨੂੰ ਖੋਜਦੇ ਫਿਰਦੇ ਨੇ। ਆਤਮ ਮਹਿ ਪਾਰ ਬ੍ਰਹਮ ਲਹੰਤੇ। ਆਤਮ ਮਹਿ ਯਾਨੀ ਮਨ ਦੇ ਅੰਦਰ ਹੀ, ਮਨ ਅੰਤਰਮੁਖ ਹੋ ਕੇ ਉਹ ਪਾਰ ਬ੍ਰਹਮ ਪਰਮਾਤਮਾ ਨੂੰ ਲਹੰਤੇ ਪ੍ਰਾਪਤ ਕਰ ਲੈਂਦੇ, ਲੱਭ ਲੈਂਦੇ ਨੇ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਕਈ ਕਰੋੜਾਂ ਵਾਹਿਗੁਰੂ ਦੇ ਦਰਸ਼ਨਾਂ ਦੇ ਕਾਂਖੀ ਹਨ।
ਇਸ਼ਕ ਹਨ, ਪਿਆਸੇ ਹਨ। ਕਈ ਕਰੋੜਾਂ ਐਸੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ। ਨਾ ਤਿਨ ਕੋ ਮਿਲਿਓ ਪ੍ਰਭ ਵਿਨਾਸ਼, ਜਿਨ੍ਹਾਂ ਨੂੰ ਪਿਆਸ ਲੱਗੀ ਹੈ ਫਿਰ ਪ੍ਰਮਾਤਮਾ ਪਿਆਸ ਬੁਝਾਉਂਦਾ ਹੈ। ਜਿਵੇਂ ਚਾਤ੍ਰਿਕ ਚਿਤਵਤ ਬਰਸਤ ਮੇਂ, ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ, ਹਰ ਪ੍ਰੇਮ ਭਗਤ ਕੋ ਨੇ। ਕਿ ਮਹਾਰਾਜ ਜਿਸ ਤਰ੍ਹਾਂ ਚਾਤ੍ਰਿਕ ਪੀਆ ਤਰਸਦਾ ਹੈ ਕਿ ਮੀਂਹ ਕਦੋਂ ਵਰਦਾ, ਮੇਰੀ ਪਿਆਸ ਕਦੋਂ ਬੁਝਦੀ, ਤੇ ਤੁਸੀਂ ਉਹਦੀ ਇੱਛਾ ਪੂਰੀ ਕਰਦੇ ਹੀ ਹੋ। ਬੱਦਲ ਆ ਜਾਂਦਾ, ਨਛੱਤਰ ਦੀ ਸ਼ਾਂਤੀ ਬੂੰਦ ਉਹਦੇ ਮੁਖ 'ਚ ਪੈਂਦੀ, ਪਿਆਸ ਬੁਝ ਜਾਂਦੀ। ਉਹਦੀ ਆਸ ਹੀ ਪ੍ਰਮਾਤਮਾ 'ਤੇ ਹੈ ਜਾਂ ਬੱਦਲ 'ਤੇ ਹੈ, ਸਮਝੋ। ਇਸੇ ਤਰ੍ਹਾਂ ਮਹਾਰਾਜ ਤੁਸੀਂ ਬੱਦਲ ਰੂਪ ਹੋ ਅਤੇ ਸਾਡੀ ਇਹ ਪਿਆਸ ਤੁਸੀਂ ਬੁਝਾ ਸਕਦੇ ਹੋ। ਵੇਦ ਪੁਰਾਣ ਧਰਮ ਗ੍ਰੰਥ ਸ਼ਾਸਤਰ ਗਿਆਨ ਨਾਲ ਭਰੇ ਹੋਏ ਨੇ, ਪਰ ਨਾਮ ਦੀ ਸ਼ਾਂਤੀ ਬੂੰਦ ਤਾਂ ਤੁਹਾਡੀ ਬਖਸ਼ਿਸ਼ ਨਾਲ ਹੀ ਮਿਲਦੀ ਹੈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਈ ਕੋੜ ਦਰਸ਼ਨ ਪ੍ਰਭ ਪਿਆਸ, ਜਿਨ੍ਹਾਂ ਨੂੰ ਪ੍ਰਭੂ ਦੇ ਦਰਸ਼ਨਾਂ ਦੀ ਪਿਆਸਾ ਵੀ ਕਰੋੜਾਂ ਹੀ ਨੇ, ਪਰ ਫਿਰ ਉਹਨਾਂ ਨੂੰ ਫਲ ਕੀ ਮਿਲਿਆ? ਤਿਨ ਕੋ ਮਿਲਿਓ ਪ੍ਰਭ ਵਿਨਾਸ਼। ਅਵਿਨਾਸੀ ਪ੍ਰਭੂ ਅਕਾਲ ਪੁਰਖ ਜੀ ਉਹਨਾਂ ਦੇ ਤਾਂ ਹੀ ਮਿਲ ਪਏ ਹਨ। ਔਰ ਹਜ਼ੂਰ ਫਰਮਾਉਂਦੇ ਨੇ ਕਈ ਕੋਟ ਮੰਗ ਹੈ ਸਤਸੰਗ, ਕਈ ਕਰੋੜਾਂ ਜਿਨ੍ਹਾਂ ਨੂੰ ਸਤਸੰਗ ਕਰਦਿਆਂ ਕੋਈ ਰਸ ਆਉਂਦਾ, ਉਹ ਸਤਸੰਗ ਹਮੇਸ਼ਾ ਮੰਗੀ ਜਾਂਦਾ ਕਿ ਇਹ ਵਾਹਿਗੁਰੂ ਜੀ ਸਾਨੂੰ ਸਤਸੰਗ ਵਿੱਚ ਨਿਵਾਸ ਬਖਸ਼ਿਸ਼ ਕਰੋ, ਸਤ ਸੰਗਤ ਨਾਲ ਸਾਡਾ ਮਿਲਾਪ ਕਰਾਓ। ਉਹ ਕਰੋੜਾਂ ਐਸੇ ਸਤਸੰਗ ਮੰਗਣ ਵਾਲੇ ਵੀ ਨੇ। ਸਤ ਦਾ ਸੰਗ, ਜਿਨ੍ਹਾਂ ਸਾਧੂਆਂ ਕੋਲ ਸਤ ਹੈ ਉਹਨਾਂ ਦਾ ਸੰਗ, ਜਿੱਥੇ ਸਤ ਤੇ ਅਸਤ ਦੀ ਵਿਚਾਰ ਹੁੰਦੀ ਹੈ, ਅਸਤ ਨੂੰ ਤਿਆਗਣ ਦਾ ਉਪਦੇਸ਼ ਮਿਲਦਾ ਹੈ, ਸਤ ਨੂੰ ਧਾਰਨ ਦਾ, ਉਹ ਸਤਸੰਗ ਸਾਨੂੰ ਬਖਸ਼। ਪਾਰ ਬ੍ਰਹਮ ਤੈਨੂੰ ਲਾਗਾ ਰੰਗ, ਕਿਉਂਕਿ ਉਹਨਾਂ ਦੇ ਮਨ ਦੇ ਤਾਈਂ ਪਾਰ ਬ੍ਰਹਮ ਪਰਮਾਤਮਾ ਦਾ ਪ੍ਰੇਮ ਲੱਗਾ ਹੋਇਆ। ਜਿਨ ਕੋ ਹੋਏ ਆਪ ਸੋ ਪ੍ਰਸੰਨ, ਪਰ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਅਕਾਲ ਪੁਰਖ ਜੀ ਆਪ ਭਲੀ ਪ੍ਰਕਾਰ ਚੰਗੀ ਤਰ੍ਹਾਂ ਪ੍ਰਸੰਨ ਹੁੰਦੇ, ਟੁੱਟ ਪੈਂਦੇ ਨੇ। ਨਾਨਕ ਤੇ ਜਨ ਸਦਾ ਧਨ ਧਨ। ਹਜ਼ੂਰ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਤੇ ਜਨ ਉਹ ਜਨ ਸੇਵਕ ਸਦਾ ਸਦਾ ਵਾਸਤੇ ਧਨ ਸਲਾਉਣ ਯੋਗ ਸੀ, ਪਿੱਛੇ ਹੁਣ ਵੀ ਸਲਾਉਣ ਯੋਗ ਨੇ। ਸਦਾ ਆਉਣ ਵਾਲੇ ਸਮੇਂ 'ਚ ਵੀ ਧਨ ਹੀ ਹੋਣਗੇ, ਸਲਾਉਣ ਯੋਗ ਵਡਿਆਈ ਦੇ ਪਾਤਰ ਹੀ ਹਨ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਪ੍ਰਸੰਨ ਹੋ ਗਏ। ਚੰਗੇ ਸਨ ਤਾਂ ਪ੍ਰਸੰਨ ਹੋਏ ਨਾ, ਚੰਗੇ ਬਣ ਗਏ ਤਾਂ ਵਾਹਿਗੁਰੂ ਪ੍ਰਸੰਨ ਹੋਏ। ਕਈ ਕੋਟ ਖਾਣੀ ਅਰਖੰਡ, ਕਈ ਕਰੋੜਾਂ ਖਾਣੀਆਂ ਦੇ ਜੀਵ ਨੇ। ਜਿਵੇਂ ਅੰਡਜ ਜੇਰਜ ਉਤਵਜ ਸੇਤਜ, ਚਾਰੇ ਤੇਰੀਆਂ ਖਾਣੀ। ਸਾਨੂੰ ਤੇ ਚਾਰ ਖਾਣੀਆਂ ਦਾ ਪਤਾ ਵੀ ਅੰਡਿਆਂ ਤੋਂ ਪੈਦਾ ਹੋਣ ਵਾਲੇ, ਜੇਰ ਦੁਆਰਾ ਪੈਦਾ ਹੋਣ ਪਸ਼ੂ ਮਨੁੱਖ ਆਦਿਕ, ਅਤੇ ਇਸੇ ਤਰ੍ਹਾਂ ਉਤਪਜ ਧਰਤੀ 'ਚੋਂ ਗੁਣ ਵਾਲੀ ਬਨਸਪਤੀ, ਅਤੇ ਸਵੇਤਜ ਮੁੜ ਕੇ ਪਸੀਨੇ ਆਦਿਕ ਤੋਂ ਮੈਲ ਤੋਂ ਪੈਦਾ ਹੋਣ ਵਾਲੇ ਜੀਵ ਛੋਟੇ ਛੋਟੇ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਕਈ ਕਰੋੜਾਂ ਖਾਣੀਆਂ ਹਨ। ਅਤੇ ਅਰਬੌੜੋ ਅਤੇ ਖੰਡ, ਖੰਡ ਮੈਨੇ ਟੁਕੜੇ, ਜਿਵੇਂ ਦੀਪ ਹਨ, ਮੰਡਲ ਹਨ, ਖੰਡ ਹਨ। ਜਿਵੇਂ ਮਾਤਲੋਕ ਦੀ ਧਰਤੀ ਨੂੰ 9 ਖੰਡ ਦੀ ਪ੍ਰਿਥਵੀ ਕਿਹਾ ਜਾਂਦਾ, ਇਸ ਤਰ੍ਹਾਂ ਧਰਤੀ ਦੇ ਟੁਕੜੇ ਵੀ ਕਰੋੜਾਂ ਹੀ ਨੇ। ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕਰੋੜਾਂ ਆਕਾਸ਼ ਹਨ। ਜਿਵੇਂ ਸਾਡੀ ਧਰਤੀ ਦਾ ਆਕਾਸ਼ ਉੱਪਰ ਸਾਨੂੰ ਦਿਸਦਾ, ਉੱਪਰ ਕੋਈ ਹੋਰ ਧਰਤੀ ਪੁਰੀ ਹੈ, ਉਹਨੂੰ ਹੋਰ ਕਿਧਰੇ ਆਕਾਸ਼ ਦਿਖਾਈ ਦੇ ਰਿਹਾ। ਇਸ ਤਰ੍ਹਾਂ ਕਈ ਕਰੋੜਾਂ ਗੁਰੂ ਮਹਾਰਾਜ ਕਹਿੰਦੇ ਨੇ ਕਿ ਆਕਾਸ਼ ਹਨ, ਬ੍ਰਹਿਮੰਡ ਹਨ। ਕਈ ਕੋਟ ਹੋਏ ਅਵਤਾਰ, ਹੁਣ ਤੱਕ ਕਈ ਕਰੋੜਾਂ ਅਵਤਾਰ ਹੋ ਚੁੱਕੇ ਹਨ, ਖਾਸ ਤੌਰ 'ਤੇ ਦੁਨੀਆ ਦਾ ਭਲਾ ਕਰਨ ਵਾਸਤੇ ਜਿਹੜੇ ਆਉਂਦੇ ਨੇ। ਕਈ ਜੁਗਤ ਕੀਨੋਂ ਵਿਸਥਾਰ, ਅਵਤਾਰ ਨਾਮ ਜਨਮ ਦਾ ਵੀ ਹੈ, ਵੀ ਹੁਣ ਤੱਕ ਕਈ ਕਰੋੜਾਂ ਲੋਕਾਂ ਦਾ ਜਨਮ ਹੋ ਚੁੱਕਾ। ਕਈ ਜੁਗਤ ਕੀਨੋਂ ਵਿਸਥਾਰ, ਕਈਆਂ ਜੁਗਤੀਆਂ ਨਾਲ ਪਰਮਾਤਮਾ ਨੇ ਵਿਸਥਾਰ ਫੈਲਾਓ ਕੀਤਾ ਆਪਣੇ ਆਪ ਤੋਂ। ਕਈ ਵਾਰ ਪਸਰਿਓ ਪਾਸਾਰ, ਇਹ ਇੱਕ ਵਾਰੀ ਤੇ ਜਿਹੜਾ ਪਸਾਰਾ ਪਸਰਿਆ ਸਾਨੂੰ ਹੁਣ ਦਿਖਾਈ ਦੇ ਰਿਹਾ, ਪਰ ਹਜ਼ੂਰ ਕਹਿੰਦੇ ਨੇ ਖਬਰੇ ਕਦੋਂ ਕਦਾ ਪਰਮਾਤਮਾ ਰਚਨਾ ਕਰਦਾ, ਫਿਰ ਹਟਾ ਦਿੰਦਾ, ਮੇਟ ਦਿੰਦਾ, ਫਿਰ ਦੁਬਾਰਾ ਰਚਨਾ ਕਰਦਾ। ਕਈ ਵਾਰ ਇਹ ਪਸਾਰਾ ਇਹੋ ਜਿਹਾ ਕਈ ਵਾਰੀ ਪਸਰਿਆ ਪਹਿਲਾਂ, ਸਦਾ ਸਦਾ ਇੱਕ ਏਕ ਓਂਕਾਰ। ਪਰ ਸ੍ਰਿਸ਼ਟੀ ਦੇ ਰਚਣ ਤੋਂ ਪਹਿਲਾਂ ਵੀ, ਸ੍ਰਿਸ਼ਟੀ ਰਚ ਕੇ ਵੀ, ਸ੍ਰਿਸ਼ਟੀ ਨੂੰ ਸਮਾਪਤ ਕਰਕੇ ਸਦਾ ਸਦਾ ਵਾਸਤੇ ਇੱਕੋ ਹੀ ਇੱਕ ਦਾ ਆਕਾਰ ਜਿਸ ਪਰਮਾਤਮਾ ਦਾ ਹੈ, ਉਹ ਵਾਹਿਗੁਰੂ ਇੱਕ ਹੀ ਹੈ, ਉਹ ਇੱਕ ਹੀ ਰਹੇਗਾ। ਕਈ ਕੋਟ ਕੀਨੇ ਬਹੁ ਭਾਂਤ, ਕਈ ਕਰੋੜਾਂ ਕੀਤੇ ਹਨ ਬਹੁਤੀਆਂ ਭਾਂਤਾਂ ਦੇ ਜੀਵ, ਕਈ ਕਈ ਤਰ੍ਹਾਂ ਦੀਆਂ, ਕਈ ਕਈ ਕਿਸਮਾਂ ਦੇ ਜੀਵ ਪਰਮਾਤਮਾ ਨੇ ਪੈਦਾ ਕੀਤੇ। ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਪ੍ਰਭੂ ਤੋਂ ਹੀ ਹੋਏ ਸਾਰੇ ਬਣੇ, ਸਭ ਦੀ ਰਚਨਾ ਹੋਈ ਅਤੇ ਅਖੀਰ ਪ੍ਰਭੂ ਵਿੱਚ ਹੀ ਸਮਾ ਜਾਂਦੇ ਹਨ।
ਤਾਕ ਅੰਤ ਨ ਜਾਣੈ ਕੋਏ। ਤਿਸ ਪ੍ਰਮਾਤਮਾ ਦੇ ਅੰਤ ਨੂੰ ਕੋਈ ਨਹੀਂ ਜਾਣਦਾ ਹੈ। ਆਪੇ ਆਪ ਨਾਨਕ ਪ੍ਰਭ ਸੋਏ। ਉਸ ਨੂੰ ਬਣਾਇਆ ਵੀ ਨਹੀਂ ਕਿਸੇ ਨੇ, ਆਪ ਹੀ ਆਪਣੇ ਆਪ ਤੋਂ ਆਪ ਰੂਪ ਹੈ। ਉਹ ਪ੍ਰਭੂ ਅਕਾਲ ਪੁਰਖ। ਕਈ ਕੋਟ ਪਾਰ ਬ੍ਰਹਮ ਕੇ ਦਾਸ। ਕਈ ਕਰੋੜਾਂ ਹੀ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਦਾਸ ਮਤਲਬ ਭਗਤ ਸੇਵਕ ਹੋਏ ਨੇ। ਤਿਨ ਹੋਵਤ ਆਤਮ ਪ੍ਰਗਾਸ। ਜਿਹੜੇ ਰੱਬ ਦੇ ਸੇਵਕ ਬਣਦੇ ਨੇ ਫਿਰ ਉਹਨਾਂ ਦੇ ਅੰਦਰ ਆਤਮਾ ਦਾ ਚਾਨਣ ਹੁੰਦਾ, ਉਹਨਾਂ ਦੇ ਆਤਮ ਮਨ ਦੇ ਅੰਦਰ ਪ੍ਰਕਾਸ਼ ਗਿਆਨ ਦਾ ਚਾਨਣ ਹੋ ਜਾਂਦਾ। ਆਤਮਾ ਦਾ ਗਿਆਨ ਹੁੰਦਾ, ਫਿਰ ਪ੍ਰਮਾਤਮਾ ਦਾ ਗਿਆਨ ਹੁੰਦਾ। ਇਹ ਪਤਾ ਲੱਗ ਜਾਂਦਾ ਸਭ ਦਾ ਆਤਮਾ ਰੂਪ ਪ੍ਰਮਾਤਮਾ ਹੀ। ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨਸ ਗੁਰ ਵਿਚਾਰਾ। ਕਈ ਕੋੜ ਤਤ ਕੇ ਬੇਤੇ। ਕਈ ਕਰੋੜਾਂ ਐਸੇ ਹਨ ਕਿ ਜੋ ਤਤ ਸਿਧਾਂਤ ਰੂਪ ਹੈ ਵਾਹਿਗੁਰੂ ਪਰਮਾਤਮਾ, ਉਹਦੇ ਬੇਤੇ ਜਾਣਨ ਵਾਲੇ। ਸਦਾ ਨਿਹਾਰ ਹੈ ਇੱਕੋ ਨੇਤਰੇ। ਉਹ ਆਪਣੇ ਨੇਤਰਾਂ ਨਾਲ ਸਦਾ ਵਾਸਤੇ ਇੱਕ ਪਰਮਾਤਮਾ ਨੂੰ ਨਿਹਾਰਦੇ ਵੇਖਦੇ ਹਨ, ਕਿਉਂਕਿ ਉਹਨਾਂ ਨੂੰ ਜੋਤ ਦਾ ਗਿਆਨ ਹੋ ਗਿਆ। ਉਹ ਸਦਾ ਸਦਾ ਵਾਸਤੇ ਸਭਨਾ ਵਿੱਚ ਆਪਣੇ ਨੇਤਰਾਂ ਦੁਆਰਾ ਇੱਕ ਪਰਮਾਤਮਾ ਨੂੰ ਹੀ ਵੇਖਦੇ ਹਨ। ਕਈ ਕੋਟ ਨਾਮ ਰਸ ਪੀਵਹਿ। ਕਈ ਕਰੋੜਾਂ ਐਸੇ ਭਗਤ ਨੇ ਜੋ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪੀਂਦੇ ਨੇ ਮਨ ਹੀ ਮਨ ਅੰਦਰ। ਝਰਨਾ ਝਰਦਾ ਨਿਜਰੋਂ ਗੁਰਮੁਖ ਬਾਣੀ ਅਗੜ ਕਢਾਵੈ। ਉਹਨਾਂ ਨੂੰ ਐਸਾ ਨਾਮ ਦਾ ਰਸ ਆਇਆ, ਹੋਰ ਰਸ ਕਸ ਫਿੱਕੇ ਹੀ ਪ੍ਰਤੀਤ ਹੁੰਦੇ ਨੇ, ਚੰਗੇ ਨਹੀਂ ਲੱਗਦੇ। ਅਮਰ ਭਏ ਸਦ ਸਦ ਹੀ ਜੀਵੈ। ਉਹ ਐਸੇ ਅਮਰ ਹੋਏ ਨੇ ਕਿ ਸਦਾ ਸਦਾ ਵਾਸਤੇ ਜਿਉਂਦੇ ਹਨ। ਅਮਰ ਹੋਵੇ ਜੋ ਨਾਮ ਰਸ ਪੀਵੈ। ਕਈ ਕੋਟ ਨਾਮ ਗੁਣ ਗਾਵੈ। ਕਈ ਕਰੋੜਾਂ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ ਤੇ ਵਾਹਿਗੁਰੂ ਦੇ ਗੁਣਾਂ ਨੂੰ ਸਿਫਤਾਂ ਨੂੰ ਗਾਉਂਦੇ ਨੇ। ਆਤਮ ਰਸ ਸੁਖ ਸਹਿਜ ਸਮਾਵਹਿ। ਉਹ ਜਿਹੜਾ ਆਤਮ ਗਿਆਨ ਦਾ ਰਸ ਹੈ ਉਹਦੇ ਵਿੱਚ, ਜਿਹੜਾ ਆਤਮਿਕ ਸੁਖ ਹੈ ਉਹਦੇ ਵਿੱਚ, ਜਿਹੜਾ ਆਤਮਿਕ ਅਡੋਲਤਾ ਹੈ ਉਹਦੇ 'ਚ ਸਹਿਜ ਨਾਮ ਗਿਆਨ ਦਾ ਵੀ ਹੈ। ਮਨ ਕਰਕੇ ਅੰਤਰਾਤਮੇ ਰਸ ਵਿੱਚ, ਸੁਖ ਵਿੱਚ, ਜਿਹੜਾ ਅਲੌਕਿਕ ਸੁਖ ਹੈ, ਅਵਿਨਾਸੀ ਸੁਖ ਹੈ ਤੇ ਮਾਨਸਿਕ ਅਡੋਲਤਾ ਵਾਲੀ ਅਵਸਥਾ ਹੈ, ਉਹਦੇ ਵਿੱਚ ਵਾਹਿਗੁਰੂ ਦੇ ਗਿਆਨ ਵਿੱਚ ਹੀ ਸਮਾਏ ਰਹਿੰਦੇ ਹਨ। ਆਪਣੇ ਜਨ ਕੋ ਸਾਸ ਸਾਸ ਸਮਾਰੇ। ਐਸੇ ਜਿਹੜੇ ਵਾਹਿਗੁਰੂ ਦੇ ਜਨ ਹਨ, ਉਹੋ ਜਿਹੇ ਜਨਾਂ ਨੂੰ ਪਰਮਾਤਮਾ ਆਪਣੇ ਜਨਾਂ ਦੇ ਤਾਈਂ ਸਾਹ ਸਾਹ ਨਾਲ ਸੰਭਾਲਣ ਵਾਲਾ ਹੈ। ਯਾਦ ਰੱਖਦਾ ਪਰਮਾਤਮਾ, ਹਰ ਇੱਕ ਸਾਹ ਸਾਹ ਨਾਲ ਉਹਨਾਂ ਦੀ ਸੰਭਾਲ ਕਰਦਾ ਵਾਹਿਗੁਰੂ। ਨਾਨਕ ਉਹ ਪਰਮੇਸ਼ਰ ਕੇ ਪਿਆਰੇ। ਕਿਉਂਕਿ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਪਰਮੇਸ਼ਰ ਅਕਾਲ ਪੁਰਖ ਦੇ ਬਹੁਤੇ ਪਿਆਰੇ ਨੇ। ਜਿਵੇਂ ਕਿਸੇ ਮਾਂ ਦੇ 7 ਪੁੱਤ ਹੋਣ, 6 ਤਾਂ ਹੋਣ ਜਵਾਨ, ਆਪਣੀ ਕਿਰਿਆ ਆਪ ਕਰ ਸਕਦੇ ਨੇ, ਕੱਪੜੇ ਲੱਤੇ ਆਪ ਧੋ ਵੀ ਸਕਦੇ ਨੇ, ਪਾ ਲੈਂਦੇ ਨੇ, ਭੋਜਨ ਪਾ ਕੇ ਛਕ ਸਕਦੇ ਨੇ, ਬਣਾ ਵੀ ਸਕਦੇ। ਦੂਰ ਪ੍ਰਦੇਸ਼ ਵੀ ਗਏ ਹੋਣ ਤੇ ਮਾਂ ਨੂੰ ਕੋਈ ਚਿੰਤਾ ਫਿਕਰ ਨਹੀਂ। ਪਰ ਜਿਹੜਾ 7ਵਾਂ ਪੁੱਤ ਗੋਦੀ ਦਾ ਲਾਲ ਹੈ, ਸਾਰਾ ਧਿਆਨ ਮਾਂ ਦਾ ਉਸ ਬੱਚੇ 'ਚ ਰਹਿੰਦਾ। ਜੇ ਪੰਗੂੜੇ 'ਚ ਪਾਇਆ ਤੇ ਕੰਮ ਕਰਦੇ ਹਾਂ ਮਾਂ ਦਾ ਧਿਆਨ ਉਹਦੇ ਵਿੱਚ। ਕਿਧਰੇ ਵੀ ਸੁੱਤਾ ਪਿਆ ਤਾਂ ਜਾਗਦਾ ਪਿਆ, ਤਾਂ ਮਾਂ ਸੁੱਤੀ ਆ ਜਾਂ ਜਾਗਦੀ ਹੈ, ਹਮੇਸ਼ਾ ਉਸ ਬੱਚੇ 'ਚ ਧਿਆਨ ਰੱਖਦੀ। ਸੋ ਇਸ ਪ੍ਰਕਾਰ ਹੀ ਵਾਹਿਗੁਰੂ ਪਰਮਾਤਮਾ ਦੇ ਜਿਹੜੇ ਗੋਦੀ ਦੇ ਲਾਲ ਨੇ ਨਾ, ਪਰਮਾਤਮਾ ਨਾਲ ਪਿਆਰ ਕਰਨ ਵਾਲੇ, ਵਾਹਿਗੁਰੂ ਪਰਮਾਤਮਾ ਵੀ ਫਿਰ ਸਾਹ ਸਾਹ ਉਹਨਾਂ ਦੀ ਸੰਭਾਲ ਕਰਦਾ, ਕਿਉਂਕਿ ਉਹ ਪਰਮੇਸ਼ਰ ਅਕਾਲ ਪੁਰਖ ਦੇ ਉਹ ਪਿਆਰੇ ਹਨ। ਸ਼ਲੋਕ 11ਵੀਂ ਅਸ਼ਟਪਦੀ ਦਾ ਸ਼ਲੋਕ ਸਤਿਗੁਰੂ ਜੀ ਉਚਾਰਨ ਕਰਦੇ ਨੇ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਸਭ ਕੁਝ ਕਰਨ ਵਾਲਾ ਤੇ ਸਾਰੀ ਸ੍ਰਿਸ਼ਟੀ ਦਾ, ਸਾਰੇ ਕਾਰਜਾਂ ਦਾ ਕਾਰਨ ਰੂਪ, ਸਬੱਬ ਰੂਪ, ਕਿਉਂਕਿ ਉਹ ਕਾਰਨ ਹੈ ਤੇ ਇਹ ਕਾਰਜ ਹੋਇਆ ਨਾ, ਸੰਸਾਰ ਬਣਿਆ। ਉਹ ਸਾਰੇ ਕਾਰਜਾਂ ਦਾ ਕਾਰਨ ਰੂਪ ਤੇ ਕਰਨ ਵਾਲਾ, ਸੰਸਾਰ ਨੂੰ ਪੈਦਾ ਰਚਨਾ, ਉਹ ਇੱਕੋ ਹੀ ਪ੍ਰਭੂ ਹੈ। ਦੂਸਰ ਨਾਹੀ ਕੋਇ। ਉਸ ਵਰਗਾ ਦੂਜਾ ਹੋਰ ਕੋਈ ਨਹੀਂ ਹੈ ਉਹਦਾ ਸ਼ਰੀਕ, ਉਹਦੇ ਬਰਾਬਰ ਦਾ। ਨਾਨਕ ਤਿਸ ਬਲਿਹਾਰਣ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤਿਸ ਅਕਾਲ ਪੁਰਖ ਤੋਂ ਅਸੀਂ ਬਲਿਹਾਰ ਬਲਿਹਾਰ ਜਾਂਦੇ ਹਾਂ। ਜਲ ਥਲ ਮਹੀਲ ਸੋਏ। ਉਹ ਜਲਾਂ ਵਿੱਚ ਵੀ ਹੈ। ਉਹ ਥਲ ਜਿਹੜੇ ਖੁਸ਼ਕ ਇਲਾਕੇ ਮੈਦਾਨ ਹਨ, ਧਰਤੀ ਹੈ, ਉੱਥੇ ਵੀ ਹੈ। ਉਹੀ ਸਮਾਇਆ ਹੋਇਆ ਪਰਮਾਤਮਾ। ਮਹੀ ਨਾਮ ਧਰਤੀ ਦਾ ਤੇ ਅਲ ਨਾਮ ਆਕਾਸ਼ ਦਾ। ਧਰਤੀ ਤੋਂ ਲੈ ਕੇ ਆਕਾਸ਼ ਜਿਹੜਾ ਪੁਲਾੜ ਆ ਸਾਰਾ, ਉਹਦੇ ਵਿੱਚ ਪਰਮਾਤਮਾ ਸਮਾਇਆ ਹੋਇਆ। ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ।
ਕਰਨ ਵਾਲਾ ਹੈ ਪੈਦਾ ਸ੍ਰਿਸ਼ਟੀ ਨੂੰ, ਤੇ ਕਰਾਉਣ ਵਾਲਾ ਸਾਰੇ ਕਰਤੱਬਾਂ ਨੂੰ ਜੀਆਂ ਦੇ ਪਾਸੋਂ, ਤੇ ਕਰਨ ਦੀ ਸਮਰੱਥਾ ਉਹਦੇ ਪਾਸ ਹੈ। ਜੋ ਕੁਝ ਵੀ ਕਰਨਾ ਚਾਹੇ ਉਹ ਕਰਨ ਦੇ ਯੋਗ ਲਾਇਕ ਸਮਰੱਥ ਹੈ। ਜੋ ਤਿਸ ਭਾਵੈ ਸੋਈ ਹੋਗ, ਜੋ ਤਿਸ ਪਰਮਾਤਮਾ ਨੂੰ ਭਾਉਂਦਾ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਉਹੀ ਹੋਗ ਹੋਵੇਗਾ। ਖਿਨ ਮਹਿ ਥਾਪ ਉਥਾਪਨ ਹਾਰਾ, ਉਹ ਵਾਹਿਗੁਰੂ ਐਡਾ ਸਮਰੱਥ ਹੈ, ਐਸਾ ਸਮਰੱਥ ਹਰ ਜੀਓ ਆਪ। ਇੱਕ ਖਿਨ ਵਿੱਚ, ਖਿਨ ਸ਼ਬਦ ਬਣਿਆ ਕਛਣ ਤੋਂ, ਕਛਣ ਨਾਮ ਪਲ ਦਾ, ਇੱਕ ਪਲ ਵਿੱਚ ਹੀ ਥਾਪ ਕੇ ਬਣਾ ਕੇ ਉਥਾਪਨਹਾਰ ਨਾਸ਼ ਕਰਨ ਵਾਲਾ ਹੈ। ਅੰਤ ਨਹੀਂ ਕਿਛ ਪਾਰਾ ਵਾਰਾ, ਉਸ ਪਰਮਾਤਮਾ ਦਾ ਕੋਈ ਅੰਤ ਨਹੀਂ, ਕੋਈ ਪਾਰ ਉਰਾਰ ਨਹੀਂ। ਅੰਤ ਨਹੀਂ ਉਸਦੇ ਗੁਣਾਂ ਦਾ, ਪਾਰ ਉਰਾਰ ਨਹੀਂ ਉਹਦੀਆਂ ਸ਼ਕਤੀਆਂ ਦਾ, ਉਹਦੇ ਸਰੂਪ ਦਾ ਉੜਕ ਨਹੀਂ, ਕੋਈ ਉਰਲਾ ਪਾਰਲਾ ਕੰਢਾ ਨਹੀਂ ਹੈ ਕਿੱਡਾ ਕੁ ਵੱਡਾ। ਹੁਕਮੇ ਧਾਰ ਅਧਰ ਰਹਾ ਵੈ, ਆਪਣੇ ਹੁਕਮ ਦੁਆਰਾ ਹੀ ਧਾਰ ਬਣਾ ਕੇ ਰਚਨਾ, ਤੇ ਹੋਰ ਕਿਸੇ ਆਸਰੇ ਤੋਂ ਬਗੈਰ, ਧਰ ਨਾਮ ਆਸਰੇ ਦਾ, ਹੁਕਮ ਦੁਆਰਾ ਧਾਰ ਕੇ ਬਣਾ ਕੇ ਰਚਨਾ ਕਰਕੇ ਹੋਰ ਕਿਸੇ ਆਸਰੇ ਤੋਂ ਬਗੈਰ ਹੀ ਰੱਖਦਾ ਹੈ। ਆਧਾਰ ਆਸਰੇ ਤੋਂ ਬਗੈਰ ਰੱਖਦਾ ਸ੍ਰਿਸ਼ਟੀ ਨੂੰ ਰਚ ਕੇ, ਜਿਵੇਂ ਬਚਨਾ ਵਿਣ ਥੰਮਾ ਗਗਨ ਰਹਾਇਆ, ਆਕਾਸ਼ ਦੇ ਤਾਰੇ ਸੂਰਜ ਚੰਦਰਮਾ ਥੰਮਾਂ ਤੋਂ ਬਗੈਰ ਹੀ ਟਿਕਾਏ ਹੋਏ ਨੇ। ਆਹ ਧਰਤੀ ਵੀ ਸਾਡੀ ਆਕਾਸ਼ ਵਿੱਚ ਹੀ ਖੜੀ, ਦੇ ਥੱਲੇ ਆਸਰਾ ਕੋਈ ਨਹੀਂ, ਆਸਰਾ ਵਾਹਿਗੁਰੂ ਦੇ ਹੁਕਮ ਦਾ। ਹੁਕਮੇ ਉਪਜੈ ਹੁਕਮ ਸਮਾਵੈ, ਹੁਕਮ ਦੁਆਰਾ ਹੀ ਜੀਵ ਜਾਂ ਸੰਸਾਰ ਜੋ ਵੀ ਹੈ ਉਪਜਦਾ ਹੈ, ਤੇ ਹੁਕਮ ਦੁਆਰਾ ਹੀ ਸਮਾਵੈ ਲੀਨ ਹੋ ਜਾਂਦਾ, ਯਾਨੀ ਸਮਾਪਤ ਹੋ ਜਾਂਦਾ। ਇਹ ਜੀਵ ਹੁਕਮ ਦੁਆਰਾ ਹੀ ਉਪਜਦਾ ਪੈਦਾ ਹੁੰਦਾ, ਤੇ ਵਾਹਿਗੁਰੂ ਦਾ ਹੁਕਮ ਹੋਵੇ ਤੇ ਉਹਦੇ ਵਿੱਚ ਸਮਾ ਜਾਂਦਾ, ਨਹੀਂ ਤਾਂ ਭਟਕਦਾ ਫਿਰਦਾ। ਇਹ ਵੀ ਅਰਥ ਸਮਝਣਾ। ਹੁਕਮੇ ਊਚ ਨੀਚ ਵਿਵਹਾਰ, ਪਰਮਾਤਮਾ ਦੇ ਹੁਕਮ ਦੁਆਰਾ ਹੀ ਕੋਈ ਜੀਵ ਉੱਚਾ ਵਿਵਹਾਰ ਕਰਦੇ ਨੇ, ਚੰਗਾ ਵਿਵਹਾਰ, ਕਈ ਨੀਚ ਨੀਵਾਂ ਵਿਵਹਾਰ ਕਰਦੇ ਨੇ। ਹੁਕਮ ਦੁਆਰਾ ਹੀ ਕੁਝ ਜੀਵ ਆਪਣੇ ਕਰਮਾਂ ਦੁਆਰਾ ਉੱਚੇ ਹੋ ਗਏ ਨੇ, ਕੁਝ ਨੀਚ ਨੀਵੇਂ ਹੋ ਗਏ ਨੇ, ਤੇ ਹੁਕਮ ਦੁਆਰਾ ਇਹ ਸਾਰੇ ਵਿਹਾਰ ਚੱਲ ਰਹੇ ਨੇ। ਹੁਕਮੇ ਅਨਕ ਰੰਗ ਪ੍ਰਕਾਰ, ਵਾਹਿਗੁਰੂ ਦੇ ਹੁਕਮ ਦੁਆਰਾ ਹੀ ਅਨੇਕਾਂ ਪ੍ਰਕਾਰ ਦੇ ਜੀਵ ਨੇ, ਤੇ ਉਹਨਾਂ ਜੀਆਂ ਦੇ ਰੰਗ ਵੀ ਅਨੇਕਾਂ ਤਰ੍ਹਾਂ ਦੇ ਨੇ। ਅਨੇਕਾਂ ਰੰਗਾਂ ਵਾਲੇ ਅਨੇਕਾਂ ਪ੍ਰਕਾਰ ਦੇ ਜੀਵ ਹਨ। ਮਾਨਸਿਕ ਤੌਰ 'ਤੇ ਵੀ ਵੱਖਰੇ ਵੱਖਰੇ ਰੰਗ ਨੇ ਜੀਆਂ ਦੇ। ਕਿਸੇ ਨੂੰ ਮਾਇਆ ਦਾ ਰੰਗ ਹੈ, ਕਿਸੇ ਨੂੰ ਕੋਈ ਰੰਗ ਲੋਭ ਦਾ ਰੰਗ ਹੈ, ਕੋਈ ਕਾਮ ਦੇ ਰੰਗ ਵਿੱਚ ਹੈ, ਕੋਈ ਕਿਸੇ ਰੰਗ ਵਿੱਚ ਹੈ। ਕਰ ਕਰ ਦੇਖਿਆ ਆਪਣੀ ਵਡਿਆਈ, ਇਹ ਪਰਮਾਤਮਾ ਦੀ ਜੋ ਰਚਨਾ ਹੈ, ਇਹ ਪਰਮਾਤਮਾ ਦੀ ਵਡਿਆਈ ਹੈ। ਜਿੰਨੇ ਕਰਤੱਵ ਹੋ ਰਹੇ ਨੇ ਸਭ ਵਡਿਆਈ ਤੇ ਪਰਮਾਤਮਾ ਦੀ ਹੈ। ਆਪਣੀ ਇਸ ਵਡਿਆਈ ਨੂੰ ਕਰ ਕਰਕੇ, ਆਪਣੇ ਕਰਤੱਵਾਂ ਨੂੰ ਤੇ ਆਪਣੀ ਇਸ ਵਡਿਆਈ ਨੂੰ ਆਪ ਹੀ ਵੇਖਦਾ ਪਿਆ। ਨਾਨਕ ਸਭ ਮੈਂ ਰਹਿਆ ਸਮਾਈ, ਜੋ ਕੁਝ ਹੋ ਰਿਹਾ ਜੀਵ ਕਰਦੇ ਦਿਸਦੇ ਨੇ, ਪਰ ਕਿਉਂਕਿ ਪਿੱਛੇ ਸਮਾਇਆ ਹੋਇਆ ਤੇ ਵਾਹਿਗੁਰੂ ਹੈ ਕੁਦਰਤ ਵਿੱਚ, ਇਸ ਕਰਕੇ ਉਹ ਆਪ ਆਪਣੀ ਵਡਿਆਈ ਨੂੰ, ਰਚਨਾ ਨੂੰ ਕਰ ਕਰਕੇ ਵੇਖਦਾ ਹੈ, ਤੇ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਸਮਾ ਰਿਹਾ ਹੈ। ਪ੍ਰਭ ਭਾਵੈ ਮਨੁੱਖ ਗਤ ਪਾਵੈ, ਜੇ ਪ੍ਰਭੂ ਅਕਾਲ ਪੁਰਖ ਜੀ ਨੂੰ ਭਾਉਂਦਾ ਚੰਗਾ ਲੱਗਦਾ ਤਾਂ ਇਹ ਜੀਵ ਮਨੁੱਖ ਉੱਚੀ ਗਤ ਅਵਸਥਾ, ਤੇ ਗਤ ਨਾਮ ਪ੍ਰਾਪਤੀ ਦਾ ਹੈ, ਤੇ ਇਸੇ ਤਰ੍ਹਾਂ ਗਤ ਨਾਮ ਹੈ ਜਿਹੜੀ ਮੁਕਤੀ ਹੈ, ਛੁਟਕਾਰਾ ਹੈ। ਉੱਚੀ ਆਤਮਿਕ ਅਵਸਥਾ ਅਥਵਾ ਛੁਟਕਾਰਾ, ਬੰਦ ਖਲਾਸੀ, ਮੁਕਤੀ ਇਹ ਪਾ ਲੈਂਦਾ। ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਮੁਕਦੀ ਗੱਲ ਮਾਰੇ ਕਹਿੰਦੇ ਪ੍ਰਭੂ ਨੂੰ ਜੇ ਭਾਉਂਦਾ ਹੋਏ ਤੇ ਪੱਥਰਾਂ ਨੂੰ ਵੀ ਤਾਰ ਦਿੰਦਾ, ਯਾਨੀ ਅਵਗੁਣੀ ਯਾਰੇ ਪਾਥਰ ਭਾਰੇ, ਪਾਪਾਂ ਆਦਿਕਾਂ ਨਾਲ ਭਾਰੇ ਹੋਏ ਜੀਵ ਜਿਹੜੇ ਪੱਥਰਾਂ ਵਰਗੇ, ਉਹ ਵੀ ਤਾਰ ਦਿੰਦਾ ਪਰਮਾਤਮਾ। ਜੇ ਉਹਨੂੰ ਭਾਉਂਦਾ ਤਾਂ ਪੱਥਰ ਵੀ ਤਰ ਜਾਣਗੇ। ਪ੍ਰਭ ਭਾਵੈ ਬਿਨ ਸਾਸ ਤੇ ਰੱਖ, ਜੇ ਪ੍ਰਭੂ ਅਕਾਲ ਪੁਰਖ ਨੂੰ ਭਾਉਂਦਾ ਹੈ ਤੇ ਸਾਹ ਨਾ ਵੀ ਚੱਲਦੇ ਹੁਣ ਤਾਂ ਵੀ ਜਿਉਂਦੇ ਰੱਖ ਲੈਂਦਾ। ਜਿਵੇਂ ਇੱਕ ਦਿਨ ਬੇਨਤੀ ਕੀਤੀ ਸੀ ਬਾਬਾ ਸੋਹਣ ਸਿੰਘ ਬੀਜ ਚੰਦੀਏ, ਡਾਕਟਰ ਨੇ ਚੈੱਕ ਕਰਕੇ ਵੇਖਿਆ ਜੀ ਤੁਹਾਡੇ ਤੇ ਸਵਾਸ ਹੀ ਰੁਕ ਗਏ ਨੇ, ਨਬਜ਼ਾਂ ਖਲੋ ਗਈਆਂ, ਤੁਸੀਂ ਬਚਨ ਕਰ ਰਹੇ ਹੋ। ਮਹਾਂਪੁਰਸ਼ੋ ਇਹ ਕੀ ਖੇਡ? ਤਾਂ ਕਿਹਾ ਅਸੀਂ ਸਵਾਸ ਪੂਰੇ ਹੋ ਚੁੱਕੇ, ਪਰ ਅਸੀਂ ਅਜੇ ਟਿਕਾਏ ਹੋਏ ਨੇ, ਅੰਮ੍ਰਿਤ ਵੇਲੇ ਸਰੀਰ ਤਿਆਗਣਾ। ਸੋ ਉਦੋਂ ਸ਼ਾਮਾਂ ਦਾ ਵਕਤ ਸੀ। ਸੋ ਇਸ ਪ੍ਰਕਾਰ ਪ੍ਰਭੂ ਨੂੰ ਭਾਉਂਦਾ ਤਾਂ ਸਾਹਾਂ ਤੋਂ ਬਗੈਰ ਵੀ ਜਿਉਂਦੇ ਰੱਖ ਲੈਂਦਾ। ਕਈ ਐਸੀਆਂ ਘਟਨਾਵਾਂ ਹਨ। ਪ੍ਰਭ ਭਾਵੈ ਤਾਂ ਹਰਗੁਣ ਭਖ, ਪ੍ਰਭੂ ਨੂੰ ਜੇ ਭਾਉਂਦਾ ਹੈ ਤਾਂ ਹੀ ਇਹ ਜੀਵ ਹਰੀ ਪਰਮਾਤਮਾ ਦੇ ਗੁਣਾਂ ਨੂੰ ਭਖ ਹੈ ਉਚਾਰਦਾ ਹੈ, ਭਖ ਹੈ ਗਾਉਂਦਾ ਹੈ। ਪ੍ਰਭ ਭਾਵੈ ਤਾਂ ਪਤ ਤੇ ਉਧਾਰੈ, ਜੇ ਪ੍ਰਭੂ ਅਕਾਲ ਪੁਰਖ ਨੂੰ ਭਾਉਂਦਾ ਹੈ
ਤਾਂ ਫਿਰ ਪਤਿਤ ਜੀਵ ਜਿਹੜੇ ਨੇ ਨਾ, ਧਰਮ ਤੋਂ ਡਿੱਗੇ ਹੋਏ, ਇਨਸਾਨੀਅਤ ਤੋਂ ਗਿਰੇ ਹੋਏ, ਭ੍ਰਿਸ਼ਟ ਜੀਵ, ਪਲੀਤ ਹੋਏ ਹੋਏ ਜੀ, ਉਹਨਾਂ ਪਤਿਤ ਲੋਕਾਂ ਦਾ ਵੀ ਉਧਾਰ ਕਰ ਦਿੰਦਾ। ਪਰ ਮਰਜ਼ੀ ਉਸ ਦੀ ਆਪਣੀ ਹੈ। ਆਪ ਕਰਹਿ ਆਪਨ ਵਿਚਾਰਾ। ਸੋ ਪ੍ਰਮਾਤਮਾ ਅਕਾਲ ਪੁਰਖ ਆਪਣੀ ਵਿਚਾਰ ਨੂੰ ਆਪ ਹੀ ਕਰਨ ਵਾਲਾ ਹੈ। ਆਪਣੇ ਆਪ ਬਾਰੇ ਵਿਚਾਰਦਾ ਵੀ ਆਪ ਹੀ ਹੈ, ਆਪ ਹੀ ਸਭ ਕੁਝ ਕਰਦਾ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ। ਦੋਵੇਂ ਜਿਹੜੇ ਸਿਰੇ ਹਨ, ਲੋਕ ਪਰਲੋਕ ਦੇ ਔਰ ਸ੍ਰਿਸ਼ਟੀ ਦੀ ਪੈਦਾਇਸ਼ ਦੇ ਤੇ ਸ੍ਰਿਸ਼ਟੀ ਦੇ ਅੰਤ ਦੇ, ਕਿਸੇ ਵੀ ਮਨੁੱਖ ਦੇ ਜਨਮ ਦੇ ਤੇ ਮਰਨ ਦਾ, ਇਹ ਦੋਵੇਂ ਜਿਹੜੇ ਸਿਰੇ ਹਨ ਉਹਨਾਂ ਦਾ ਸੁਆਮੀ ਮਾਲਕ ਆਪ ਹੈ। ਜਨਮ ਦੇਣਾ ਵੀ ਉਹਦੇ ਹੱਥ ਵਿੱਚ ਹੈ, ਸਾਡੇ ਸਰੀਰ ਦਾ ਅੰਤ ਕਰਨਾ ਵੀ ਉਹਦੇ ਹੱਥ 'ਚ ਹੈ। ਸ੍ਰਿਸ਼ਟੀ ਦੀ ਰਚਨਾ ਕਰਨੀ, ਆਰੰਭਤਾ ਕਰਨੀ ਵੀ, ਸ੍ਰਿਸ਼ਟੀ ਨੂੰ ਸਮਾਪਤ ਕਰਨਾ। ਇਹ ਲੋਕ ਇੱਕ ਸਿਰਾ ਤੇ ਪਰਲੋਕ ਦੂਜਾ ਸਿਰਾ। ਇਹ ਸਭ ਸਿਰੇ ਦੋਵੇਂ ਪਰਮਾਤਮਾ ਦੇ ਆਪਣੇ ਹੱਥ ਵਿੱਚ ਨੇ। ਆਪ ਸੁਆਮੀ ਮਾਲਕ ਹੈ। ਖੇਲੈ ਬਿਗਸੈ ਅੰਤਰਜਾਮੀ। ਇਹ ਸਾਰੀ ਸੰਸਾਰ ਰੂਪੀ ਖੇਡ ਨੂੰ ਖੇਡਣ ਵਾਲਾ ਆਪ ਹੀ ਹੈ ਤੇ ਉਹ ਅੰਤਰਜਾਮੀ ਇਸ ਖੇਡ ਨੂੰ ਵੇਖ ਕੇ ਬਿਗਸਦਾ, ਖੁਸ਼ ਹੋ ਰਿਹਾ, ਪ੍ਰਸੰਨ ਹੋ ਰਿਹਾ, ਖਿੜ ਰਿਹਾ ਹੈ। ਜੋ ਭਾਵੈ ਸੋ ਕਾਰ ਕਰਾਵੈ। ਜਿਹੜੀ ਕਾਰ ਉਹਨੂੰ ਭਾਉਂਦੀ ਹੈ ਉਹੀ ਕਾਰ ਜੀਆਂ ਤੋਂ ਕਰਾਉਂਦਾ ਹੈ। ਇਸ ਕਾ ਹਾਥ ਹੋਏ ਤਾਂ ਸਭ ਕੁਛ ਲੈ। ਜਿਹੜੇ ਲੋਕ ਕਹੀ ਜਾਂਦੇ ਨੇ ਨਾ, ਸੱਜਣ ਕਈ ਹੁਣ ਪ੍ਰਚਾਰ ਕਰ, ਅਸੀਂ ਖੁਦ ਹੀ ਪਰਮਾਤਮਾ ਕਹਿੰਦੇ, ਰੱਬ ਦੀ ਅਸੀਂ ਅੰਸ਼ ਹਾਂ ਪਰ ਅਸੀਂ ਸੁਤੰਤਰ ਨਹੀਂ ਹਾਂ, ਅੰਸ਼ ਹਾਂ। ਜਿਵੇਂ ਸੂਰਜ ਦੀ ਕਿਰਨ ਹੈ ਤੇ ਆਪ ਸੁਤੰਤਰ ਨਹੀਂ, ਵੱਖਰਾ ਸੂਰਜ ਨਹੀਂ ਬਣ ਕੇ ਬਹਿ ਗਈ। ਸੂਰਜ ਦੇ ਹੱਥ ਵਿੱਚ ਉਸ ਕਿਰਨ ਨੂੰ ਪਿਛਾਂ ਖਿੱਚ ਲਏ ਕਿ ਨਾ ਖਿੱਚੇ, ਕੀ ਕਰੇ। ਸੋ ਇਸੇ ਪ੍ਰਕਾਰ ਜਿਹੜੇ ਕਹਿੰਦੇ ਅਸੀਂ ਖੁਦ ਹੀ ਰੱਬ ਹਾਂ, ਹੋਰ ਦੂਜਾ ਰੱਬ ਹੀ ਕੋਈ ਨਹੀਂ, ਇਹ ਗਲਤ ਗੱਲ ਹੈ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਕਿ ਇਸ ਕਾ ਹਾਥ ਹੋਏ ਤਾਂ ਸਭ ਕੁਛ ਲੈ। ਜੇ ਆਪ ਖੁਦ ਮੈਂ ਰੱਬ ਹਾਂ ਤੇ ਫਿਰ ਆਪ ਸਭ ਕੁਝ ਮੈਂ ਕਰ ਸਕਦਾ ਆ? ਨਹੀਂ। ਪ੍ਰਮਾਤਮਾ ਨੂੰ ਤਾਂ ਕਰਨ ਕਰਾਵਣ ਯੋਗ ਕਿਹਾ, ਸਭ ਕੁਝ ਕਰਨ ਵਾਲਾ ਕਿਹਾ। ਅਸੀਂ ਸਭ ਕੁਝ ਕਰਨ ਵਾਲੇ ਨਹੀਂ ਹਾਂ। ਜੇ ਇਸ ਜੀਵ ਦੇ ਹੱਥ ਵਿੱਚ ਹੋਵੇ ਤਾਂ ਸਭ ਕੁਛ ਹੀ ਪ੍ਰਾਪਤ ਕਰ ਲਵੇ, ਸਾਰੇ ਸੰਸਾਰ ਕੋਲੋਂ ਖੋਹ ਲਵੇ, ਜਾਂ ਜੋ ਚਾਹੁੰਦਾ ਸਭ ਕੁਝ ਪ੍ਰਾਪਤ ਕਰ ਲਵੇ। ਨਹੀਂ। ਜੋ ਤਿਸ ਭਾਵੈ ਸੋਈ ਕਰੇ। ਜੋ ਤਿਸ ਪ੍ਰਮਾਤਮਾ ਵਾਹਿਗੁਰੂ ਨੂੰ ਪਾਉਂਦਾ ਹੈ ਉਹ ਕੁਛ ਹੀ ਉਹ ਕਰਦਾ ਹੈ। ਜੀਵ ਦੇ ਆਪਣੇ ਹੱਥ ਵਿੱਚ ਕੁਝ ਨਹੀਂ ਹੈ। ਅਨਜਾਨਤ ਵਿਖਿਆ ਮਹਿ ਰਚੈ। ਅਨਜਾਨਤ ਨਾ ਜਾਣਦਾ ਹੋਇਆ, ਅਨਜਾਣ ਨਾ ਬੇਸਮਝ ਹੈ, ਨਾ ਜਾਣਦਾ ਹੋਣ ਕਰਕੇ ਇਹ ਵਿਖਿਆ ਜਿਹੜੀ ਜ਼ਹਿਰ ਰੂਪ ਮਾਇਆ ਹੈ ਇਹਦੇ ਵਿੱਚ ਰਚਿਆ ਰਹਿੰਦਾ ਹੈ। ਮਾਇਆ 'ਚ ਤਦਾਕਾਰ ਹੋ ਰਿਹਾ। ਜੇ ਜਾਣਤ ਆਪਣੇ ਆਪ ਬਚੈ। ਜੇ ਜਾਣਦਾ ਹੋਵੇ ਇਸ ਮਾਇਆ ਨੂੰ ਵਿਖ ਜ਼ਹਿਰ ਰੂਪ ਦੁਖਦਾਈ ਤੇ ਕਲਿਆਣ ਕਰਨ ਵਾਲੀ ਨੇ, ਇਹਦੇ 'ਚ ਰਹਿ ਕੇ ਕਲਿਆਣ ਨਹੀਂ, ਇਹਦੇ ਸੁਭਾਵ ਨੂੰ ਪ੍ਰਭਾਵ ਨੂੰ ਜਾਣਦਾ ਹੋਵੇ ਤਾਂ ਆਪਣੇ ਆਪ ਹੀ ਬਚ ਜਾਂਦਾ ਹੈ। ਜਦੋਂ ਜਾਣਕਾਰੀ ਮਿਲ ਗਈ ਇਸ ਮਾਇਆ ਦੇ ਸਰੂਪ ਦੀ ਕੀ ਹੈ ਤਾਂ ਫਿਰ ਇਹ ਬਚ ਵੀ ਜਾਂਦਾ ਇਹਦੇ ਪ੍ਰਭਾਵ ਤੋਂ। ਪਰ ਇਹ ਵਾਹਿਗੁਰੂ ਦੇ ਹੱਥ ਵਿੱਚ ਹੈ। ਜੇ ਜਾਣਦਾ ਹੁੰਦਾ ਤੇ ਆਪਣੇ ਆਪ ਹੀ ਬਚ ਜਾਂਦਾ। ਭਰਮੇ ਭੁੱਲਾ ਦਹਿ ਦਿਸ ਧਾਵੈ। ਭਰਮ 'ਚ ਭੁੱਲਾ ਹੋਇਆ ਇਹ ਜੀਵ ਦਸਾਂ ਦਿਸ਼ਾ ਵਿੱਚ ਧਾਈ ਕਰਦਾ, ਦੌੜ ਭੱਜ ਕਰਦਾ। ਨਿਮਖ ਮਾਹੇ ਚਾਰ ਕੁੰਟ ਫਿਰ ਆਵੈ। ਤੇ ਇਹ ਮਨ ਦੁਆਰਾ, ਮਨ ਦੀ ਗਤੀ ਬੜੀ ਤੇਜ਼ ਹੈ ਨਾ, ਬਿਜਲੀ ਵਾਂਗ ਚੰਚਲ ਹੈ। ਨਿਮਖ ਮਾਹੇ ਅੱਖ ਮੀਚਣ ਖੋਲ੍ਹਣ ਦੇ ਸਮੇਂ 'ਚ ਇਹ 4 ਕੁੰਟਾਂ 'ਚ ਘੁੰਮ ਫਿਰ ਕੇ ਵਾਪਸ ਆ ਜਾਂਦਾ। ਕਰ ਕਿਰਪਾ ਜਿਸ ਆਪਣੀ ਭਗਤ ਦੇ। ਕਿਰਪਾ ਕਰਕੇ ਵਾਹਿਗੁਰੂ ਜਿਸ ਨੂੰ ਆਪਣੀ ਭਗਤੀ ਦਾ ਦਾਨ ਬਖਸ਼ਦਾ ਹੈ। ਨਾਨਕ ਤੇ ਜਨ ਨਾਮ ਮਿਲੇ। ਹਜ਼ੂਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤੇ ਜਨ ਉਹ ਜਨ ਭਗਤ ਸੇਵਕ ਵਾਹਿਗੁਰੂ ਦੇ ਨਾਮ ਵਿੱਚ ਹੀ ਮਿਲੇ ਹੋਏ ਨੇ, ਜਾਂ ਨਾਮ ਦੁਆਰਾ ਵਾਹਿਗੁਰੂ ਵਿੱਚ ਮਿਲ ਗਏ ਹਨ। ਭੇਦ ਹੋ ਗਏ। ਖਿਨ ਮਹਿ ਨੀਚ ਕੀਟ ਕਉ ਰਾਜ। ਹੁਣ ਵਾਹਿਗੁਰੂ ਦੀ ਸ਼ਕਤੀ ਦਾ ਵਿਖਿਆਨ ਕਰ ਰਹੇ ਨੇ ਸਤਿਗੁਰੂ ਕਿ ਵਾਹਿਗੁਰੂ ਐਡਾ ਵੱਡਾ ਸਮਰੱਥ ਹੈ ਕਿ ਇੱਕ ਖਿਨ ਵਿੱਚ ਹੀ ਚਾਹੇ ਤਾਂ ਨੀਚ ਕੀਟ, ਨੀਵਾਂ ਜਿਹਾ ਕੀੜਾ, ਜਿਹੜਾ ਛੋਟਾ ਜਿਹਾ ਕੀੜਾ, ਉਹਨੂੰ ਰਾਜ ਬਖਸ਼ ਸਕਦਾ ਹੈ। ਖਿਨ ਮਹਿ ਨੀਚ ਕੀਟ ਕਉ ਰਾਜ। ਸੋ ਇਸ ਪ੍ਰਕਾਰ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਸਗਾ। ਕੀੜਾ ਥਾਪ ਦੇ ਪਾਸ ਪਾਤਸ਼ਾਹੀ ਲਸ਼ਕਰ ਕਰੇ ਸੁਆ। ਖਿਨ ਵਿੱਚ ਹੀ ਨੀਵੇਂ ਛੋਟੇ ਜਿਹੇ ਨੀਚ ਜਿਹੇ ਕੀੜੇ ਨੂੰ ਰਾਜ ਤਖਤ 'ਤੇ ਬਿਠਾ ਸਕਦਾ। ਪਾਰ ਬ੍ਰਹਮ ਗਰੀਬ ਨਿਵਾਜ। ਇੱਥੇ ਨੀਚ ਕੀਟ ਦਾ ਮਤਲਬ ਨਿਮਰਤਾ ਵਾਲੇ, ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ, ਮਨੋਂ ਕੀੜਿਆਂ ਵਰਗੇ ਹੀ ਨੇ, ਗਰੀਬ ਜੇ ਲੋਕ, ਉਹਨਾਂ ਨੂੰ ਰਾਜ ਬਖਸ਼ ਦਿੰਦਾ ਵਾਹਿਗੁਰੂ। ਪਾਰ ਬ੍ਰਹਮ ਗਰੀਬ ਨਿਵਾਜ। ਪਾਪਾ ਪੁੰਨਾਂ ਤੋਂ ਪਰੇ ਬ੍ਰਹਮ ਸ਼ੁੱਧ ਸਰੂਪ ਵਾਹਿਗੁਰੂ ਉਹ ਗਰੀਬਾਂ ਦੇ ਉੱਪਰ ਮਿਹਰ ਕਰਨ ਵਾਲਾ ਹੈ।
ਨਿਵਾਜ ਨਿਵਾਜਣ ਵਾਲਾ, ਵਡਿਆਉਣ ਵਾਲਾ। ਨਿਵਾਜਣਾ ਹੁੰਦਾ ਵਡਿਆਉਣਾ। ਗਰੀਬਾਂ ਨੂੰ ਨਿਵਾਜਣ ਵਾਲਾ, ਵਡਿਆਉਣ ਵਾਲਾ ਹੈ। ਉੱਚੇ ਮਰਤਬਿਆਂ ਤੇ ਪਹੁੰਚਾਉਣ ਵਾਲਾ ਹੈ। ਗਰੀਬ ਨਿਵਾਜ ਗੁੱਸਈਆ ਮੇਰਾ, ਮਾਥੈ ਛਤਰ ਧਰੈ। ਜਾ ਕਾ ਦ੍ਰਿਸ਼ਟ ਕਛੂ ਨਾ ਆਵੇ। ਜਿਸ ਜੀਵ ਦਾ ਕੋਈ ਗੁਣ, ਕੋਈ ਵਡਿਆਈ, ਕੋਈ ਨਾਮਣਾ, ਕੋਈ ਵੀ ਗੱਲ ਦ੍ਰਿਸ਼ਟੀ ਵਿੱਚ ਨਹੀਂ ਆਉਂਦੀ ਹੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੇ। ਪਰਮਾਤਮਾ ਕੋਈ ਐਸੀ ਖੇਡ ਵਰਤਾ ਸਕਦਾ ਕਿ ਤਤਕਾਲ ਝਟਪਟ ਹੀ ਉਸ ਨੂੰ 10 ਦਿਸ਼ਾ ਵਿੱਚ ਪ੍ਰਗਟ ਕਰ ਸਕਦਾ ਹੈ, ਕਰ ਦਿੰਦਾ ਜੇ ਚਾਹਵੇ ਤਾਂ। ਜਾ ਕਉ ਆਪਣੀ ਕਰੈ ਬਖਸ਼ੀਸ। ਜਿਸ ਜੀਵ ਦੇ ਤਾਈਂ ਆਪਣੀ ਬਖਸ਼ਿਸ਼ ਕਰਦਾ ਹੈ, ਤਾਂ ਕਾ ਲੇਖਾ ਨਾ ਗਨੈ ਜਗਦੀਸ਼। ਉਹ ਜਗਤ ਦਾ ਈਸ਼ ਮਾਲਕ ਜਿਸ ਜੀਵ ਤੇ ਆਪ ਖੁਦ ਬਖਸ਼ਿਸ਼ ਕਰਦਾ, ਫਿਰ ਉਹਦਾ ਲੇਖਾ ਉਹਨੇ ਕੀ ਗਿਣਨਾ। ਉਹਨਾਂ ਦਾ ਲੇਖਾ ਜੋਖਾ ਕੋਈ ਨਹੀਂ ਗਿਣਦਾ, ਕਰਮਾਂ ਦਾ ਹਿਸਾਬ ਕਿਤਾਬ ਕੋਈ ਨਹੀਂ ਗਿਣਤੀ ਮਿਣਤੀ ਕਰਦਾ। ਜੀਓ ਪਿੰਡ ਸਭ ਤਿਸ ਕੀ ਰਾਸ। ਇਹ ਸਾਡੀ ਜਿੰਦ ਤੇ ਪਿੰਡ ਸਰੀਰ ਸਭ ਤਿਸ ਪਰਮਾਤਮਾ ਦੀ ਰਾਸ ਪੂੰਜੀ ਬਖਸ਼ੀ ਹੋਈ ਹੈ। ਸਾਡਾ ਨਹੀਂ ਕੁਛ ਵੀ, ਇਹ ਸਰਮਾਇਆ ਉਸੇ ਦਾ। ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਹਰੇਕ ਘਟ ਘਟ ਹਿਰਦੇ ਅੰਦਰ ਜੋ ਪੂਰਨ ਪਰਮਾਤਮਾ ਹੈ, ਬ੍ਰਹਮ ਹੈ, ਉਹਦਾ ਹੀ ਪ੍ਰਕਾਸ਼ ਚਾਨਣ ਹੈ। ਉਸੇ ਦੀ ਜੋਤ। ਸਭ ਮੈਂ ਜੋਤ ਜੋਤ ਹੈ ਸੋਏ। ਆਪਣੀ ਬਣਤ ਆਪ ਬਣਾਈ। ਆਪਣੀ ਇਹ ਬਣਾਵਟ, ਆਪਣੀ ਇਹ ਰਚਨਾ ਖੁਦ ਪਰਮਾਤਮਾ ਨੇ ਆਪ ਹੀ ਬਣਾਈ ਹੈ। ਨਾਨਕ ਜੀਵੈ ਦੇਖ ਵਡਾਈ। ਇਹ ਉਸੇ ਦੀ ਸਾਰੀ ਵਡਿਆਈ ਆ, ਉਹਦੇ ਕਰਤੱਵ ਨੇ ਸਾਰੇ। ਇਸ ਆਪਣੀ ਵਡਿਆਈ ਨੂੰ ਵੇਖ ਕੇ ਉਹ ਜੀਵਤ ਹੈ, ਜਿਉਂਦਾ ਜਾਨੀ ਖੁਸ਼ ਹੁੰਦਾ। ਇਸੇ ਤਰ੍ਹਾਂ ਨਾਨਕ ਜੀਵੈ ਦੇਖ ਵਡਾਈ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਅਸੀਂ ਉਸ ਪਰਮਾਤਮਾ ਦੀ ਇਹ ਸਾਰੀ ਵਡਿਆਈ ਵੇਖ ਕੇ ਜਿਉਂਦੇ ਹਾਂ। ਆਤਮ ਜੀਵਨ ਸਾਨੂੰ ਮਿਲਦਾ ਉਹਦੀ ਰਚਨਾ ਨੂੰ ਵੇਖ ਵੇਖ ਕੇ ਕਿ ਉਹ ਸਮਾਇਆ ਹੋਇਆ ਸਾਰੇ। ਇਸ ਕਾ ਬਲ ਨਾ ਹੀ ਇਸ ਹਾਥ। ਇਸ ਜੀਵ ਦੇ ਕੋਲ ਜਿਹੜਾ ਬਲ ਹੈ, ਜਿਵੇਂ ਸਰੀਰ ਸਾਨੂੰ ਮਿਲਿਆ ਤਾਂ ਹੈ, ਪਰ ਸਰੀਰ ਸੁਤੰਤਰ ਨਹੀਂ। ਜਨਮ ਵੀ ਉਸੇ ਨੇ ਬਖਸ਼ਿਆ ਸੀ, ਪਤਾ ਨਹੀਂ ਕਿਹੜੇ ਵੇਲੇ ਲੈ ਜਾਏਗਾ। ਜਿਸ ਕੀ ਬਸਤ ਸੋਈ ਲੈ ਜਾਏਗਾ, ਰੋਸ ਕਿਸੇ ਐਸਿਓ ਕੀਜੈ। ਇਸ ਜੀਵ ਦਾ ਬਲ ਜੋ ਇਹਦੇ ਪਾਸ ਹੈ, ਇਹਦੇ ਆਪਣੇ ਹੱਥ ਵਿੱਚ ਨਹੀਂ ਹੈ। ਹੁਣੇ ਹੀ ਬਲ ਸਾਰਾ ਛੀਣ ਕਰ ਸਕਦਾ, ਪਰਮਾਤਮਾ ਖੋਹ ਸਕਦਾ। ਕਰਨ ਕਰਾਵਨ ਸਰਬ ਕੋ ਨਾਥ। ਕਰਨ ਵਾਲਾ, ਰਚਨਾ ਕਰਾਉਣ ਵਾਲਾ, ਸਾਰਿਆਂ ਜੀਆਂ ਤੋਂ ਸਾਰੇ ਕੰਮ, ਸਭਨਾਂ ਦਾ ਨਾਥ ਮਾਲਕ ਵੀ ਹੈ। ਆਗਿਆਕਾਰੀ ਬੱਪਰਾ ਜੀਓ। ਇਹ ਜਿਹੜਾ ਜੀਵ ਹੈ, ਬੱਪੜਾ ਤੁੱਛ ਵਿਚਾਰਾ, ਇਹ ਉਸ ਦਾ ਆਗਿਆਕਾਰੀ ਹੈ, ਕਿਉਂਕਿ ਉਹਦੇ ਹੁਕਮ ਦੇ ਅੰਦਰ ਹੈ। ਜੋ ਤਿਸ ਭਾਵੈ ਸੋਈ ਫੁਨ ਥੀਓ। ਜੋ ਤਿਸ ਪਰਮਾਤਮਾ ਨੂੰ ਭਾਉਂਦਾ ਭਾਈ, ਫਿਰ ਉਹੀ ਹੁੰਦਾ ਹੈ, ਉਹੀ ਹੋਇਆ, ਉਹੀ ਹੁੰਦਾ। ਕਬਹੂ ਊਚ ਨੀਚ ਮੈਂ ਬੱਸਾ। ਕਦੇ ਤੇ ਇਹ ਜੀਵ, ਇਹ ਮਨ ਉੱਚੇ ਥਾਂ ਵਸਦਾ, ਕਦੇ ਨੀਚਤਾ ਵਿੱਚ ਵਸਦਾ ਹੈ। ਕਬਹੂ ਸੋਗ ਹਰਖ ਰੰਗ ਹੱਸੈ। ਕਦੇ ਸੋਗ ਵਿੱਚ ਪੈ ਜਾਂਦਾ, ਗਮਗੀਨ ਹੋ ਜਾਂਦਾ, ਕਦੇ ਹਰਖ ਖੁਸ਼ੀ ਦੇ ਰੰਗ ਵਿੱਚ ਹੱਸਦਾ ਵੀ। ਕਬਹੂ ਸੋਗ ਹਰਖ ਰੰਗ ਹੱਸੈ, ਖੁਸ਼ ਹੋ ਕੇ ਹੱਸਦਾ। ਕਬਹੂ ਨਿੰਦ ਚਿੰਦ ਵਿਵਹਾਰ। ਕਦੇ ਨਿੰਦਿਆ ਦੀ ਚਿਤਵਨੀ ਵਿੱਚ ਪੈ ਜਾਂਦਾ ਤੇ ਐਸਾ ਵਿਹਾਰ ਕਰਦਾ। ਦੁਨੀਆ ਦੀ ਨਿੰਦਿਆ ਨੂੰ ਚਿੰਦਣਾ, ਸੋਚਣਾ, ਦੁਨੀਆ ਦੀ ਨਿੰਦਿਆ ਸੋਚਣ ਵਾਲਾ ਵਿਹਾਰ ਕਰਦਾ। ਇਸੇ ਤਰ੍ਹਾਂ ਚਿੰਤਾ ਦਾ ਨਾਮ ਵੀ ਹੈ। ਕਦੇ ਦੁਨੀਆ ਬਾਕੀਆਂ ਦੀ ਨਿੰਦਾ ਕਰਨ ਵਾਲਾ ਤੇ ਚਿੰਤਾ ਆਦਿਕ ਦੇ ਵਿਹਾਰ ਵਿੱਚ ਪੈ ਜਾਂਦਾ, ਜਾਂ ਕਦੇ ਨਿੰਦਿਆ 'ਚ, ਕਦੇ ਚਿੰਤਾ 'ਚ, ਕਦੇ ਵਿਹਾਰ ਕਰਨ ਵਿੱਚ। ਕਬਹੂ ਊਬ ਆਕਾਸ਼ ਪਿਆਲ। ਕਦੇ ਊਬ ਉੱਚਾ ਆਕਾਸ਼ ਵੱਲ ਨੂੰ ਚੜ੍ਹ ਜਾਂਦਾ, ਕਦੇ ਪਿਆਲ ਪਤਾਲਾਂ 'ਚ ਚਲਿਆ ਜਾਂਦਾ, ਯਾਨੀ ਕਿ ਉੱਚੀ ਅਵਸਥਾ ਪ੍ਰਾਪਤ ਕਰ ਲੈਂਦਾ। ਕਦੇ ਪਤਾਲ ਵਸਦੇ ਕੀੜਿਆਂ ਵਰਗਾ ਬਣ ਜਾਂਦਾ। ਕਬਹੂ ਬੇਤਾ ਬ੍ਰਹਮ ਵਿਚਾਰ। ਕਦੇ ਹੋਈ ਜੀਵ ਬੇਤਾ ਮੈਨੇ ਜਾਣਨ ਵਾਲਾ, ਬ੍ਰਹਮ ਦੀ ਵਿਚਾਰ ਨੂੰ ਜਾਣਨ ਵਾਲਾ ਬਣ ਜਾਂਦਾ। ਨਾਨਕ ਆਪ ਮਿਲਾਵਣਹਾਰ। ਇਹ ਸਾਰਿਆਂ ਦੇ ਅੰਦਰ ਜੀਵ ਆਤਮਾ ਤੇ ਉਹੀ ਹੈ ਨਾ, ਵਾਹਿਗੁਰੂ ਦੀ ਅੰਸ਼। ਪਰ ਉਹ ਜਿਹੜਾ ਸੁਤੰਤਰ ਸਰੂਪ ਹੈ, ਵਾਹਿਗੁਰੂ ਆਪ ਖੁਦ ਹੀ ਕਿਸੇ ਜੀਵ ਨੂੰ ਆਪਣੇ 'ਚ ਮਿਲਾਉਣ ਵਾਲਾ, ਜਦੋਂ ਚਾਹਵੇ ਉਹ ਮਿਲਾ ਵੀ ਲੈਂਦਾ। ਕਬਹੂ ਨਿਰਤ ਕਰੈ ਬਹੁ ਭਾਤ। ਕਦੇ ਅਨੇਕਾਂ ਤਰ੍ਹਾਂ ਨਾਲ ਇਹ ਜੀਵ ਅੰਸ਼ ਜੋ ਪਰਮਾਤਮਾ ਦੀ ਅੰਸ਼ ਹੈ, ਬਹੁਤ ਭਾਂਤਾਂ ਤਰੀਕਿਆਂ ਨਾਲ ਨਿਰਤਕਾਰੀ ਕਰਦਾ, ਨਾਚ ਕਰਦਾ ਅਨੇਕਾਂ ਤਰ੍ਹਾਂ। ਜਿਵੇਂ ਕ੍ਰੋਧ ਦੇ ਅਧੀਨ ਹੋ ਕੇ ਬਾਂਦਰ ਵਾਂਗ ਨੱਚਦਾ। ਕਬਹੂ ਸੋਏ ਰਹਿ ਦਿਨ ਰਾਤ। ਕਦੇ ਦਿਨੇ ਰਾਤ ਆਲਸੀ ਬਣ ਕੇ ਸੁੱਤਾ ਹੀ ਰਹਿੰਦਾ, ਜਾਂ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਰਹਿੰਦਾ ਜੀਵਾਤਮਾ। ਕਬਹੂ ਮਹਾ ਕ੍ਰੋਧ ਬਿਕਰਾਲ। ਕਦੇ
ਮਹਾਨ ਕ੍ਰੋਧ ਜਿਹੜਾ ਵਿਕਰਾਲ ਡਰਾਉਣਾ ਭਿਆਨਕ ਦੁਖਦਾਈ ਆ ਨਾ, ਉਹ ਇਹਦੇ ਤੇ ਹਾਵੀ ਹੋ ਜਾਂਦਾ। ਕਬਹੂ ਸਰਬ ਕੀ ਹੋ ਤਰਵਾਲ, ਕਦੇ ਮਾਨਸਿਕ ਤੌਰ ਤੇ ਇਹੀ ਜੀਵ ਸਾਰਿਆਂ ਦੀ ਚਰਨ ਧੂੜ ਬਣ ਜਾਂਦਾ। ਕਬਹੂ ਹੋਏ ਬਹਿ ਬੜ ਰਾਜਾ, ਕਦੇ ਇਹ ਵੱਡਾ ਰਾਜਾ ਬਣ ਕੇ ਬਹਿ ਜਾਂਦਾ। ਕਬਹੂ ਭਿਖਾਰੀ ਨੀਚ ਕਾ ਸਾਜਾ, ਕਦੇ ਇਹ ਭਿਖਾਰੀ ਬਣ ਜਾਂਦਾ, ਨੀਚ ਨੀਵਾਂ ਜਿਹਾ ਭਿਖਾਰੀ ਵਾਲਾ ਸਾਜ ਬਣਾ ਲੈਂਦਾ, ਬਣਾਵਟ ਬਣਾ ਲੈਂਦਾ। ਕਬਹੂ ਅਪਕੀਰਤ ਮਹਿ ਆਵੈ, ਕਦੇ ਅਪਕੀਰਤੀ ਨਿੰਦਾ ਵਿੱਚ ਆ ਜਾਂਦਾ ਹੈ। ਕਬਹੂ ਭਲਾ ਭਲਾ ਕਹਾ, ਕਦੇ ਆਪਣੇ ਆਪ ਨੂੰ ਭਲਾ ਭਲਾ ਚੰਗਾ ਚੰਗਾ ਵੀ ਕਹਾ ਲੈਂਦਾ ਦੁਨੀਆ ਕੋਲ। ਜਿਉਂ ਪ੍ਰਭ ਰਾਖਿਆ ਤਿਵ ਹੀ ਰਹਿ, ਹਜ਼ੂਰ ਕਹਿੰਦੇ ਜਿਵੇਂ ਪ੍ਰਭੂ ਅਕਾਲ ਪੁਰਖ ਜੀ ਰੱਖਦੇ ਨੇ ਉਸੇ ਤਰ੍ਹਾਂ ਇਹ ਜੀਵ ਰਹਿੰਦਾ। ਗੁਰ ਪ੍ਰਸਾਦ ਨਾਨਕ ਸੱਚ ਕਹੈ, ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਸੱਚ ਸਰੂਪ ਪਰਮਾਤਮਾ ਦਾ ਅਸੀਂ ਕਥਨ ਕਰਦੇ ਹਾਂ, ਸੱਚੇ ਨਾਮ ਨੂੰ ਬੋਲਦੇ ਹਾਂ, ਜਾਂ ਅਸੀਂ ਸੱਚ ਕਹਿੰਦੇ ਹਾਂ ਕਿ ਵਾਹਿਗੁਰੂ ਪਰਮਾਤਮਾ ਦੇ ਹੱਥ ਵਿੱਚ ਹੀ ਸਾਰੀ ਵਾਗਡੋਰ ਹੈ। ਕਬਹੂ ਹੋਏ ਪੰਡਿਤ ਕਰੇ ਬਖਿਆਨ, ਕਦੇ ਇਹ ਜੀਵ ਪੰਡਿਤ ਵਿਦਵਾਨ ਬਣ ਕੇ ਵਖਿਆਨ ਕਰਨ ਲੱਗ ਪੈਂਦਾ ਹੈ ਵੇਦਾਂ ਸ਼ਾਸਤਰਾਂ ਪੁਰਾਣਾਂ ਦੇ। ਕਬਹੂ ਮੋਨ ਧਾਰੀ ਲਾਵੈ ਧਿਆਨ, ਕਦੇ ਮੋਨ ਧਾਰੀ ਚੁੱਪ ਧਾਰਨ ਵਾਲਾ ਇਹ ਬਣ ਕੇ ਤੇ ਧਿਆਨ ਲਾ ਲੈਂਦਾ, ਜੋੜਦਾ ਕਿਸੇ ਪਾਸੇ ਧਿਆਨ ਸਮਾਧੀ ਲਾ ਲੈਂਦਾ। ਕਬਹੂ ਤਟ ਤੀਰਥ ਇਸ਼ਨਾਨ, ਕਦੇ ਤੀਰਥਾਂ ਦੇ ਕਿਨਾਰਿਆਂ ਤੇ ਜਾ ਜਾ ਕੇ ਇਸ਼ਨਾਨ ਕਰਨ ਲੱਗ ਪੈਂਦਾ। ਕਬਹੂ ਸਿੱਧ ਸਾਧਿਕ ਮੁੱਖ ਗਿਆਨ, ਕਦੇ ਇਹ ਸਾਧਨਾ ਕਰਕੇ ਸਿੱਧ ਬਣ ਬਹਿੰਦਾ, ਕਦੇ ਸਾਧਕ ਬਣ ਜਾਂਦਾ ਸਾਧਨਾ ਕਰਨ 'ਚ ਲੱਗਾ ਹੋਇਆ, ਕਦੇ ਮੁੱਖ ਤੋਂ ਗਿਆਨ ਕਥਨ ਕਰਨ ਵਾਲਾ। ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਕਦੇ ਜੀਵ ਆਤਮਾ ਕੀੜਾ ਹਾਥੀ ਪਤੰਗਾ ਭੰਬੜ ਬਣ ਜਾਂਦਾ ਹੈ। ਅਨਕ ਜੋਨ ਭਰਮੈ ਭਰਮੀਆ, ਅਨੇਕਾਂ ਜੂਨਾਂ 'ਚ ਪਰਮਾਤਮਾ ਦਾ ਭਰਮਾਇਆ ਹੋਇਆ ਭਰਮਦਾ ਹੈ, ਭਰਮਣਾ ਭਟਕਣਾ 'ਚ ਪਿਆ ਹੋਇਆ ਭਰਮਦਾ ਪਾਉਂਦਾ ਹੈ ਜੂਨਾਂ 'ਚ। ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ, ਜਿਸ ਤਰ੍ਹਾਂ ਕੋਈ ਸਵਾਂਗੀ ਭੇਖੀ ਆਦਮੀ ਅਨੇਕਾਂ ਤਰ੍ਹਾਂ ਦੇ ਸਵਾਂਗ ਧਾਰਨ ਕਰ ਕਰਕੇ ਅਨੇਕਾਂ ਰੂਪ ਦਿਖਾਉਂਦਾ ਹੈ। ਜਿਉਂ ਪ੍ਰਭ ਭਾਵੈ ਤਿਵੈ ਨਚਾਵੈ, ਜਿਵੇਂ ਪਰਮਾਤਮਾ ਨੂੰ ਪਾਉਂਦਾ ਉਸੇ ਤਰ੍ਹਾਂ ਹੀ ਇਹਨਾਂ ਜੀਆਂ ਨੂੰ ਨਚਾਉਂਦਾ ਹੈ। ਜੋ ਤਿਸ ਭਾਵੈ ਸੋਈ ਹੋਏ, ਉਹ ਜੋ ਕੁਛ ਉਸ ਪਰਮਾਤਮਾ ਨੂੰ ਪਾਉਂਦਾ ਉਹ ਕੁਝ ਹੀ ਹੁੰਦਾ ਭਾਈ, ਵਾਪਰਦਾ ਹੈ, ਉਹੋ ਜਿਹਾ ਹੀ ਇਹ ਜੀਵ ਬਣ ਜਾਂਦਾ। ਨਾਨਕ ਦੂਜਾ ਵਰ ਨਾ ਕੋਏ, ਹਜ਼ੂਰ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਜੀ ਕਿ ਉਸ ਵਾਹਿਗੁਰੂ ਤੋਂ ਬਗੈਰ ਹੋਰ ਦੂਜਾ ਕੋਈ ਸਮਰੱਥ ਨਹੀਂ ਹੈ। ਕਬਹੂ ਸਾਧ ਸੰਗਤ ਤੇ ਪਾਵੈ, ਕਦੇ ਤਾਂ ਇਹ ਜੀਵ ਸਾਧ ਸੰਗਤ ਨੂੰ ਪ੍ਰਾਪਤ ਕਰ ਲੈਂਦਾ, ਉਸ ਅਸਥਾਨ ਤੇ ਬਹੁਰ ਨਾ ਆਵੈ, ਉਸ ਸਤ ਸੰਗਤ ਰੂਪੀ ਸਾਧ ਸੰਗਤ ਰੂਪੀ ਸਥਾਨ ਤੋਂ ਫਿਰ ਬਹੁਰੋਂ ਵਾਪਸ ਸੰਸਾਰ ਵੱਲ, ਸੰਸਾਰ ਦੇ ਭੈੜੇ ਕਰਮਾਂ ਵਿੱਚ ਨਹੀਂ ਆਉਂਦਾ। ਅੰਤਰ ਹੋਏ ਗਿਆਨ ਪ੍ਰਗਾਸ, ਜੇ ਸਾਧ ਸੰਗਤ 'ਚ ਵਸਣ ਲੱਗ ਜਾਏ, ਉਸ ਚੰਗੇ ਸਥਾਨ ਤੇ ਵਸਣ ਲੱਗ ਪਏ, ਫਿਰ ਇਹਦੇ ਅੰਦਰ ਗਿਆਨ ਦਾ ਪ੍ਰਕਾਸ਼ ਚਾਨਣ ਵੀ ਹੋ ਜਾਂਦਾ। ਉਸ ਅਸਥਾਨ ਕਾ ਨਹੀਂ ਵਿਨਾਸ਼, ਉਸ ਸਤਸੰਗਤ ਰੂਪੀ ਸਥਾਨ ਦਾ ਫਿਰ ਕਦੇ ਵਿਨਾਸ਼ ਨਹੀਂ। ਮਤਲਬ ਹਿਰਦੇ ਜਿਹੜਾ ਗਿਆਨ ਪ੍ਰਾਪਤ ਹੋਇਆ, ਉਸ ਗਿਆਨ ਰੂਪੀ ਅਸਥਾਨ ਤੇ ਜਦੋਂ ਇਹਦਾ ਵਾਸਾ ਹੋਇਆ ਫਿਰ ਕਦੇ ਵਿਨਾਸ਼ ਨਹੀਂ। ਮਨ ਤਨ ਨਾਮ ਰਤੇ ਇੱਕ ਰੰਗ, ਜਿਹੜੇ ਮਨ ਤੇ ਤਨ ਕਰਕੇ ਇੱਕ ਪਰਮਾਤਮਾ ਦੇ ਪ੍ਰੇਮ ਦੇ ਰੰਗ ਵਿੱਚ, ਵਾਹਿਗੁਰੂ ਦੇ ਨਾਮ ਵਿੱਚ ਜਿਹੜੇ ਰਤੇ ਹੋਏ ਨੇ, ਸਦਾ ਬਸਹਿ ਪਾਰ ਬ੍ਰਹਮ ਕੈ ਸੰਗ, ਉਹ ਸਦਾ ਸਦਾ ਵਾਸਤੇ ਪਾਰ ਬ੍ਰਹਮ ਪਰਮਾਤਮਾ ਅਕਾਲ ਪੁਰਖ ਦੇ ਸੰਗ ਸਾਥ ਉਹਦੇ ਸਰੂਪ ਵਿੱਚ ਲੀਨ ਹੋ ਕੇ ਵਸਦੇ ਨੇ। ਜਿਉਂ ਜਲ ਮੈਂ ਜਲ ਆਏ ਖਟਾਨਾ, ਉਹ ਪਰਮਾਤਮਾ 'ਚ ਇੰਝ ਲੀਨ ਹੋਏ ਜਿਵੇਂ ਜਲ ਵਿੱਚ ਆ ਕੇ ਹੋਰ ਕਿਸੇ ਪਾਸਿਓਂ ਜਲ ਪੈ ਜਾਂਦਾ। ਖਟਾਨਾ ਮੈਨੇ ਮਿਲਣਾ, ਜਿਵੇਂ ਜਲ ਵਿੱਚ ਆ ਕੇ ਜਲ ਖਟਾਨਾ ਮਿਲ ਜਾਂਦਾ ਹੈ। ਸੋ ਜਿਵੇਂ ਗੰਗਾ ਦੇ ਵਿੱਚ ਅਨੇਕਾਂ ਨਦੀਆਂ ਨਾਲੇ ਵਾੜੇ ਆ ਰਲਣ ਤੇ ਗੰਗਾ ਰੂਪ ਹੀ ਹੋ ਗਏ, ਇਸੇ ਤਰ੍ਹਾਂ ਕਿਸੇ ਜਲ ਵਿੱਚ ਦੂਜਾ ਜਲ ਆ ਕੇ ਮਿਲ ਜਾਂਦਾ ਤੇ ਉਹ ਇੱਕੋ ਹੀ ਜਲ ਬਣ ਜਾਂਦਾ, ਤੇ ਉਹ ਜੋਤੀ ਸੰਗ ਜੋਤ ਸਮਾਨਾ। ਇਸੇ ਤਰ੍ਹਾਂ ਜੋਤੀ ਸਰੂਪ ਜੋ ਵਾਹਿਗੁਰੂ ਹੈ, ਉਹਦੇ ਸੰਗ ਸਾਥ ਉਹਨਾਂ ਦੀ ਆਤਮਿਕ ਜੋਤ ਸਮਾ ਜਾਂਦੀ ਹੈ। ਮਿਟ ਗਏ ਗਵਨ ਪਾਏ ਵਿਸਰਾਮ, ਉਹਨਾਂ ਨੇ ਐਸਾ ਵਿਸਰਾਮ ਟਿਕਾ ਪ੍ਰਾਪਤ ਕੀਤਾ, ਜਿਵੇਂ ਸਮੁੰਦਰ ਵਿੱਚੋਂ ਹੀ ਹਵਾ ਨੇ ਵਾਸ਼ਪੀਕਰਨ ਰਾਹੀਂ ਪਾਣੀ ਖਿੱਚ ਲਿਆ, ਜਾਂ ਤਾਂ ਉਹ ਬਾਰਿਸ਼ ਬਣ ਕੇ ਮੀਂਹ ਬਣ ਕੇ ਵਰਿਆ ਧਰਤੀ 'ਤੇ, ਜਾਂ ਉਹ ਬਹੁਤੀ ਸਰਦੀ 'ਚ ਬਰਫ਼ ਬਣ ਕੇ ਡਿੱਗਾ ਪਹਾੜਾਂ 'ਤੇ। ਚਾਹੇ ਮੀਂਹ ਚਾਹੇ ਪਹਾੜਾਂ ਦਾ ਉਹ ਬਰਫ਼ ਦਾ ਪਾਣੀ ਹੈ,
ਉਹ ਫਿਰ ਚਟਾਨਾਂ ਦੀਆਂ ਟੱਕਰਾਂ ਖਾਂਦਾ, ਜੰਗਲਾਂ ਵਿੱਚ ਮੈਦਾਨੀ ਇਲਾਕੇ ਵਿੱਚ ਦੀ ਭਰਮਦਾ ਭਟਕਦਾ ਤੁਰਿਆ ਰਿਹਾ। ਜਦੋਂ ਸਮੁੰਦਰ 'ਚ ਪੈ ਗਿਆ ਫਿਰ ਸਮੁੰਦਰ ਰਵੱਤ ਸ਼ਾਂਤ ਹੋ ਗਿਆ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਉਹ ਵਿਸਰਾਮ ਪ੍ਰਾਪਤ ਕਰਕੇ ਤੇ ਉਹਨਾਂ ਦੇ ਗਮਨ ਜਿਹੜਾ ਆਉਣਾ ਜਾਣਾ ਨਾ ਉਹ ਮਿਟ ਗਿਆ ਹੈ। ਉਹਨਾਂ ਦੇ ਆਉਣੇ ਜਾਣੇ ਮਿਟ ਗਏ, ਵਿਸਰਾਮ ਪ੍ਰਾਪਤ ਕੀਤਾ। ਨਾਨਕ ਪ੍ਰਭ ਕੈ ਸਦ ਕੁਰਬਾਨ। ਜਿਹੜਾ ਐਸੀ ਦਾਤ ਬਖਸ਼ਣ ਵਾਲਾ ਵਾਹਿਗੁਰੂ ਹੈ, ਐਸੇ ਪ੍ਰਭੂ ਪਰਮਾਤਮਾ ਤੋਂ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਅਸੀਂ ਸਦਾ ਸਦਾ ਵਾਸਤੇ ਸਦ ਸੈਂਕੜੇ ਵਾਰ ਹਮੇਸ਼ਾ ਹਮੇਸ਼ਾ ਲਈ ਕੁਰਬਾਨ ਹਾਂ। ਔਰ ਜਿਹੜੇ ਉਸ ਪਰਮਾਤਮਾ ਵਿੱਚ ਟਿਕਾ ਪ੍ਰਾਪਤ ਕਰ ਲੈਂਦੇ ਨੇ ਉਹਨਾਂ ਦੇ ਆਉਣੇ ਜਾਣੇ ਮਿਟੇ ਤੇ ਉਹ ਪਰਮਾਤਮਾ ਤੋਂ ਸਦਾ ਸਦਾ ਵਾਸਤੇ ਕੁਰਬਾਨ ਜਾਂਦੇ ਹਨ। ਵਾਹਿਗੁਰੂ ਨੂੰ ਫਿਰ ਛੱਡ ਕੇ ਹੋਰ ਪਾਸੇ ਨਹੀਂ ਉਹ ਜਾ ਸਕਦੇ। ਐਸੇ ਲੀਨ ਹੋਏ ਹਨ ਪਰਮਾਤਮਾ ਵਿੱਚ ਮਿਲ ਕੇ, ਪਰਮਾਤਮਾ ਰੂਪ ਹੋਏ ਹਨ। ਇਹ ਪਰਮ ਪਵਿੱਤਰ ਉਪਦੇਸ਼ 2 ਅਸ਼ਟਪਦੀਆਂ ਰਾਹੀਂ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ। ਸ਼੍ਰੀ ਸੁਖਮਨੀ ਸਾਹਿਬ ਬਾਣੀ ਦੀਆਂ 11 ਅਸ਼ਟਪਦੀਆਂ ਇੱਥੇ ਸੰਪੂਰਨ ਹੋਈਆਂ ਹਨ। ਭੁੱਲਾਂ ਚੁੱਕਾਂ ਹੋਈਆਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।